जी सर। मनदीप सर, आवाज आ रही है ना? हेलो। हाँ हाँ हाँ, वीडियो सर। ऑडियो आ रहा है? जी जी। हाँ जी हाँ जी, आ रहा, आवाज आ रही। ठीक। ठीक है। ठीक है सर, ठीक है। ਤੇ ਆਪਣੇ 11:02 ਤੱਕ ਕਰ ਦਾਂਗੇ ਸਟਾਰਟ। ਠੀਕ। ਜੀ ਸਭ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਮਾਈ ਸੈਲਫ ਅਜੇ ਕੁਮਾਰ, इंस्ट्रक्टर इन कंप्यूटर हार्डवेयर नेटवर्क मेंटेनेंस ट्रेड फ्रॉम गवर्नमेंट आईटीआई वूमेन गुरदासपुर। मैं आप सब पार्टिसिपेंट्स का अपने निम्मी पंजाबी चैनल ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਜਿੰਨੇ ਵੀ ਪਾਰਟਿਸਪੈਂਟ ਮੇਰੇ ਨਾਲ ਜੁੜੇ ਹਨ ਉਹਨਾਂ ਨੂੰ ਅੱਜ ਮੈਂ ਇੱਕ ਹਾਰਡਵੇਅਰ ਦਾ ਟੌਪਿਕ, ਕੰਪਿਊਟਰ ਹਾਰਡਵੇਅਰ ਦੇ ਰਿਲੇਟਡ ਟੌਪਿਕ ਹੈ ਸਕੈਨਰਸ। ਸਕੈਨਰ ਤੇ ਉਹਦੀਆਂ ਟਾਈਪਸ, ਸਕੈਨਰ ਤੇ ਉਹਦੀਆਂ ਟਾਈਪਸ ਦੇ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਸਾਰੇ ਪਾਰਟਿਸਪੈਂਟਸ ਨੂੰ। ਔਰ ਸਾਰੇ ਪਾਰਟਿਸਪੈਂਟਸ ਦਾ ਬਹੁਤ ਹੀ ਮੈਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਕਲਾਸ ਅਟੈਂਡ ਕੀਤੀ ਹੈ। ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਆਪਣੀ ਸੰਸਥਾ ਜਿੱਥੇ ਮੈਂ ਐਜ਼ ਏ ਇੰਸਟਰਕਟਰ ਕੰਮ ਕਰ ਰਿਹਾ। ਮੇਰੀ ਸੰਸਥਾ ਦਾ ਨਾਮ ਗਵਰਨਮੈਂਟ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਗੁਰਦਾਸਪੁਰ ਹੈ, ਜੋ ਕਿ ਇੱਕ ਵੂਮੈਨਸ ਇੰਸਟੀਚਿਊਟ ਹੈ ਜਿਸ ਵਿੱਚ ਸਾਡੇ ਅਲੱਗ-ਅਲੱਗ ਕੋਰਸਿਸ ਨੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਅੱਜ ਕੱਲ ਲੇਡੀਜ਼, ਕੁੜੀਆਂ ਜਿਹੜੀਆਂ ਮੁੰਡਿਆਂ ਤੋਂ ਪਿੱਛੇ ਨਹੀਂ ਹੈਗੀਆਂ, ਉਹ ਵੀ ਮੁੰਡਿਆਂ ਤੋਂ ਅੱਗੇ ਵੱਧ ਕੇ ਕੰਮ ਕਰ ਰਹੀਆਂ, ਅੱਗੇ ਵੱਧ ਕੇ ਐਜੂਕੇਸ਼ਨਸ ਲੈ ਰਹੀਆਂ ਔਰ ਹਰ ਜਗ੍ਹਾ ਤੇ ਉਹ ਕਾਰਗਰ ਹੋ ਰਹੀਆਂ। ਠੀਕ ਹੈ, ਉਹਦੇ ਲਈ ਸਾਡੇ ਕੋਲ ਕਾਫੀ ਸਾਰੇ ਕੋਰਸਿਸ ਹਨ ਜੋ ਵੀ ਕੁੜੀਆਂ ਆਪਣੇ ਜੋ ਵੀ ਇੰਟਰਸਟਿਡ ਟੌਪਿਕ ਹੈ, ਇੰਟਰਸਟਿਡ ਟ੍ਰੇਡ ਹੈ, ਕੋਈ ਵੀ ਚੂਜ਼ ਕਰ ਸਕਦੀਆਂ। ਜਿਵੇਂ ਕਿ ਸੀਵਿੰਗ ਟੈਕਨੋਲੋਜੀ, कंप्यूटर हार्डवेयर नेटवर्क मेंटेनेंस, कोपा ट्रेड है, ड्रेस मेकिंग है, इलैक्ट्रॉनिक मैकेनिक है जो कि 2 साल की ट्रेड है साढ़े को, टीचर ट्रेनिंग का कोर्स है, बेसिक कॉस्मेटोलॉजी है। ये सारे ही बहुत जरूरी टॉप ट्रेड्स ने जो कि अजकल के टाइम के हिसाब नाल अगे आने वाले समय ਦੇ ਵਿੱਚ ਬਹੁਤ ਫਾਇਦੇਮੰਦ ਕੋਰਸ ਹੈਗੇ ਨੇ। ਠੀਕ ਹੈ, ਸੋ ਕੋਈ ਵੀ स्टूडेंट्स कोई क्वेरी है, कोई एडमिशन के रिगार्डिंग क्वेरीज है, सो प्लीज इस नंबर ते या सीधा कॉलेज आके कॉन्टैक्ट कर सकता है। प्रिंसीपल गवर्नमेंट ITI वूमेन गुरदासपुर पंजाब। फोन नंबर है 01874221991 ते थल्ले ईमेल ID भी लिखी है। ਉਹਦੇ बाद बड़ा ही जरूरी मुद्दा जो कि सारा वर्ल्ड और साडा देश या पंजाब असी जिथे रह रहे हैं, असी सारे ये तो बहुत जानू हाँ और ये तो त्रस्त हाँ, जो कि करोना बीमारी जो कि पूरे विश्व के जिन्हें बहुत
नुकसान किया है इस बीमारी ने, चाहे वो अर्थ व्यवस्था का नुकसान होए, चाहे जानी माली नुकसान होए, सो बहुत नुकसान किया है। सो इस बीमारी तो आप जागरूक रहना है ਜਦੋਂ तक कि ਸਾਡੇ ਕੋਲ ਕੋਈ ਵੈਕਸੀਨ ਨਹੀਂ ਆ ਜਾਂਦੀ। ਸੋ ਸਾਡੀ ਪੰਜਾਬ ਸਰਕਾਰ ਨੇ ਜੋ ਕਿ ਮਿਸ਼ਨ ਫਤਿਹ ਦਾ ਐਲਾਨ ਕੀਤਾ ਹੈ, ਪੰਜਾਬ ਫਾਈਟਸ ਅਗੇਂਸਟ ਕਰੋਨਾ। ਸੋ ਆਪਾਂ ਸਾਰਿਆਂ ਨੇ ਫਾਈਟ ਕਿਵੇਂ ਕਰਨੀ ਹੈ, ਫਾਈਟ ਕਰਨ ਲਈ ਆਪਾਂ ਨੇ ਸਭ ਤੋਂ ਪਹਿਲਾਂ ਤੇ ਡਾਊਨਲੋਡ ਕਰਨੀ ਹੈ ਕੋਵਾ ਐਪ, ਠੀਕ ਹੈ, ਜਿਹਦੇ ਤੋਂ ਤੁਹਾਨੂੰ ਕੋਈ ਵੀ ਜਾਣਕਾਰੀ, ਕੋਈ ਵੀ ਸਿੰਪਟਮਸ, ਇਸ ਬਿਮਾਰੀ ਦੇ ਲੱਛਣ, ਇਸ ਬਿਮਾਰੀ ਨੂੰ ਕਿੱਦਾਂ ਦੂਰ ਰੱਖਣਾ ਹੈ ਆਪਣੇ ਤੋਂ ਆਪਾਂ, ਇਹ ਸਾਰਾ ਕੁਝ, ਸਾਰੀ ਜਾਣਕਾਰੀ ਤੁਹਾਨੂੰ ਜਿਹੜੀ ਹੈ ਇਸ ਐਪ ਤੇ ਮਿਲ ਸਕਦੀ ਹੈ, ਠੀਕ ਹੈ। ਸੋ ਆਪਾਂ ਨੂੰ ਜਾਗਰੂਕ ਰਹਿਣਾ ਹੈ ਔਰ ਇਸ ਬਿਮਾਰੀ ਨੂੰ ਆਪਾਂ ਪੰਜਾਬ ਤੋਂ, ਆਪਣੇ ਦੇਸ਼ ਤੋਂ ਦੂਰ ਰੱਖਣਾ ਹੈ, ਠੀਕ ਹੈ। ਔਰ ਇਸ ਬਿਮਾਰੀ ਨੂੰ ਸਪਰੈਡ ਹੋਣ ਤੋਂ ਬਚਾਉਣਾ ਹੈ, ਠੀਕ ਹੈ। ਸੋ ਸਪਰੈਡ ਹੋਣ ਤੋਂ ਕੁਝ ਛੋਟੀਆਂ-ਛੋਟੀਆਂ ਮਿਸਟੇਕਸ ਨੇ ਜਿਹੜੀਆਂ ਕਿ ਆਪਾਂ ਨਹੀਂ ਦੁਹਰਾਉਣੀਆਂ, ਠੀਕ ਹੈ। ਡੋਂਟ ਡੂ ਅਬਵ 3 ਮਿਸਟੇਕਸ। ਜਦੋਂ ਤੁਸੀਂ ਮਾਸਕ ਪਾਉਂਦੇ ਹੋ ਤਾਂ ਤੁਸੀਂ ਇੱਕ ਸੇਫਟੀ ਗਾਰਡ ਆਪਣੇ ਨਾਲ ਲੈ ਕੇ ਚੱਲਦੇ ਹੋ, ਠੀਕ ਹੈ। ਸੋ ਮਾਸਕ ਜਿਹੜਾ ਇੱਕ ਸੇਫਟੀ ਗਾਰਡ ਹੈ, ਇੱਕ ਇੰਦਰ ਧਨੁਸ਼ ਦਾ ਕੰਮ ਕਰਦਾ ਹੈ, ਠੀਕ ਹੈ, ਜੋ ਕਿ ਇਸ ਬਿਮਾਰੀ ਤੋਂ ਤੁਹਾਨੂੰ ਬਚਾਉਂਦਾ ਹੈ। ਇਹਦੇ ਜਿਹੜੇ ਜਰਮਸ, ਬੈਕਟੀਰੀਆ ਹੈਗੇ ਨੇ ਉਹ ਇੰਨੇ ਛੋਟੇ ਨੇ ਕਿ ਮੰਨ ਲਓ ਇੱਕ ਡਾਟ ਜਿਹੜਾ ਹੈ, ਫੁੱਲ ਸਟਾਪ, ਉਹਦੇ ਤੋਂ 1000 ਗੁਣਾ ਛੋਟਾ ਇਹ ਬੈਕਟੀਰੀਆ ਹੈ, ਠੀਕ ਹੈ। ਸੋ ਇਸ ਬੈਕਟੀਰੀਆ ਤੋਂ ਆਪਾਂ ਕਿੱਦਾਂ ਬਚਣਾ, ਸੇਫ ਰੱਖਣਾ ਆਪਣੇ ਆਪ ਨੂੰ, ਤੇ ਆਪਾਂ ਸਾਡੇ ਨੱਕ ਤੇ ਸਾਡਾ ਜਿਹੜਾ ਮਾਊਥ ਹੈ, ਠੀਕ ਹੈ, ਇਹ ਦੋਨੋਂ ਏਰੀਆ ਜਿਹੜੇ ਆ, ਇਹਦੇ ਤੋਂ ਹੀ ਇਹ ਵਾਇਰਸ ਜਿਹੜਾ ਸਾਡੇ ਸਰੀਰ ਦੇ ਵਿੱਚ ਦਾਖਲ ਹੁੰਦਾ ਹੈ। ਸੋ ਇਹਦੇ ਤੋਂ ਬਚਣ ਦੇ ਲਈ ਸਾਨੂੰ ਕੀ ਕਰਨਾ ਪਏਗਾ, ਮਾਸਕ ਪਾਣਾ ਹੀ ਪਏਗਾ। ਸੋ ਆਪਾਂ ਜਦੋਂ ਵੀ ਕਿਤੇ ਫਰੈਂਡਸ ਨੂੰ ਮਿਲਦੇ ਆ ਜਾਂ ਕੋਈ ਸੁਸਾਇਟੀ 'ਚ ਮਿਲਦੇ ਆ ਜਾਂ ਆਪਣੇ ਕੋਲੀਗਸ ਨੂੰ ਮਿਲਦੇ ਆ ਤਾਂ ਕਦੀ ਵੀ ਗਲਤੀ ਨਹੀਂ ਕਰਨੀ, ਆਪਾਂ ਜਿਹੜਾ ਮਾਸਕ ਹੈ ਉਹ ਜ਼ਰੂਰ ਲਗਾ ਕੇ ਰੱਖਣਾ ਹੈ। ਅਦਰ ਕੀ ਤਰੀਕਾ ਇਹਦੇ ਤੋਂ ਬਚਣ ਦਾ, ਦੂਸਰਾ ਹੈਂਡ ਵਾਸ਼ਿੰਗ। ਹੈਂਡ ਵਾਸ਼ਿੰਗ ਆਫਟਰ 20 ਮਿੰਟਸ ਆਪਾਂ ਕਰਦੇ ਰਹਿਣੀ ਹੈ, ਜਾਂ ਕਿਸੇ ਨਾਲ ਅਸੀਂ ਮਿਲਦੇ ਆ, ਠੀਕ ਹੈ, ਕਿਸੇ ਨਾਲ ਅਸੀਂ ਕਦੀ ਵੀ ਮਿਲਦੇ ਆ ਤਾਂ ਸਾਨੂੰ ਤੁਰੰਤ ਹੀ ਸਾਬੁਨ ਨਾਲ ਹੱਥ ਧੋਣੇ ਚਾਹੀਦੇ ਨੇ, ਠੀਕ ਹੈ। ਸਾਬੁਨ ਨਾਲ ਹੱਥ ਧੋ ਕੇ ਔਰ 20 ਸੈਕਿੰਡ ਲਗਾਤਾਰ ਅਸੀਂ ਹੱਥ ਧੋਣੇ ਆ, ਚੰਗੀ ਤਰ੍ਹਾਂ ਹੱਥ ਧੋਣੇ ਆ, ਅੱਗੋਂ ਦੀ ਉਂਗਲੀਆਂ, ਠੀਕ ਹੈ, ਸਾਰਾ ਹਥੇਲੀ ਚੰਗੀ ਤਰ੍ਹਾਂ ਆਪਾਂ ਹੈਂਡ ਵਾਸ਼ ਕਰਨੀ ਹੈ। ਸੋ ਨੋ ਹੈਂਡ ਸ਼ੇਕਿੰਗ, ਹੱਥ ਨਹੀਂ ਮਿਲਾਣਾ ਕਿਸੇ ਨਾਲ, हैंड वॉश करने आफ्टर 20 मिनट्स, ठीक है। यूज फेस मास्क पा के करना है। उस केस ਦੇ ਵਿੱਚ ਜਦੋਂ ਤੁਹਾਨੂੰ ਕੋਈ ਸਿੰਪਟਮ ਆ ਰਿਹਾ ਹੈ, ਇਸ ਬਿਮਾਰੀ ਦੇ ਲੱਛਣ ਆ ਰਹੇ ਆ, ਬੁਖਾਰ ਹੈ, ਖੰਘ ਹੈ, ਠੀਕ ਹੈ, ਕੋਲਡ ਹੋਇਆ ਕਾਫੀ ਦਿਨਾਂ ਦਾ, ਤਾਂ ਤੁਸੀਂ ਇਸ ਬਿਮਾਰੀ ਤੋਂ ਬਚਣ ਦੇ ਲਈ ਆਪਣੇ ਆਪ ਨੂੰ ਕੁਆਰੰਟਾਈਨ ਕਰਨਾ ਹੈ। ਫਿਰ ਤੁਸੀਂ ਡਿਸਟੈਂਸ ਮੇਨਟੇਨ ਕਰਕੇ ਰੱਖਣਾ। ਜਦੋਂ ਤੁਸੀਂ ਮਾਰਕੀਟ ਜਾਂਦੇ ਹੋ, ਕੋਈ ਕੰਮ ਤੁਹਾਨੂੰ ਬੜਾ ਜ਼ਰੂਰੀ ਪੈ ਜਾਂਦਾ, 1 ਤੋਂ 2 ਮੀਟਰ ਦੀ ਜਿਹੜੀ ਦੂਰੀ ਹੈ ਉਹ ਤੁਸੀਂ ਜ਼ਰੂਰ ਮੇਨਟੇਨ ਕਰਕੇ ਰੱਖਣੀ ਹੈ, ਠੀਕ ਹੈ। ਉਹਦੇ ਬਾਅਦ ਓਵਰ ਕਰਾਊਡਡ, ਜਿੱਥੇ ਕਿ ਬੜਾ ਭੀੜ ਭਾੜ ਰਸ਼ ਤੁਹਾਨੂੰ ਲੱਗਦਾ ਹੋ ਸਕਦਾ ਹੈ, ਉਸ ਰਸ਼ ਤੋਂ ਦੂਰ ਰਹਿਣਾ ਆਪਾਂ, ਠੀਕ ਹੈ। ਸੋ ਤਾਂ ਹੀ ਅਸੀਂ ਇਸ ਨਾਮੁਰਾਦ ਬਿਮਾਰੀ ਤੋਂ ਬਚ ਸਕਦੇ ਹਾਂ, ਠੀਕ ਹੈ। ਸੋ ਇਸ ਸਲਾਈਡ ਦੇ ਵਿੱਚ ਦੇਖੋ ਮਾਸਕ ਪਾਉਣ ਦੇ ਢੰਗ ਦੱਸੇ ਹੋਏ ਨੇ। ਪ੍ਰੋਪਰ ਮਾਸਕ ਨੂੰ ਅਸੀਂ ਪਹਿਨਣਾ ਹੈ, ਠੀਕ ਹੈ। ਨੱਕ ਤੇ ਮਾਊਥ, ਇਹ ਦੋਨੋਂ ਜਿਹੜੇ ਏਰੀਆਜ਼ ਹੈ ਇਹਨਾਂ ਨੂੰ ਢੱਕ ਕੇ ਰੱਖਣਾ ਹੈ, ਠੀਕ ਹੈ। ਉਹਦੇ ਬਾਅਦ ਅੱਜ ਦਾ ਜੋ ਬੜਾ ਹੀ ਇੰਪੋਰਟੈਂਟ ਟੌਪਿਕ ਮੈਂ ਗੱਲ ਕਰ ਰਿਹਾ, ਸਕੈਨਰ ਇੱਕ ਡਿਵਾਈਸ ਹੈ। ਕਿਸ ਤਰ੍ਹਾਂ ਦੀ ਡਿਵਾਈਸ ਹੈ? ਕੰਪਿਊਟਰ ਦੇ ਵਿੱਚ ਸਕੈਨਰ ਬਹੁਤ ਹੀ ਜ਼ਰੂਰੀ ਡਿਵਾਈਸ ਹੈ, ਠੀਕ ਹੈ। ਕਿਉਂਕਿ ਅੱਜ ਕੱਲ ਜੋ ਵੀ ਕੰਮ ਆਪਾਂ ਕਰ ਰਹੇ ਹਾਂ, ਚਾਹੇ ਦਫ਼ਤਰ 'ਚ ਬੈਠੇ ਹਾਂ, ਚਾਹੇ ਸਕੂਲ ਹੈਗੇ ਆ, ਜਦੋਂ ਵੀ ਕੋਈ ਸਾਨੂੰ ਕਹਿ ਦਿੰਦਾ ਕਿ ਮੇਰਾ ਇਹ ਡਾਕੂਮੈਂਟ ਹੈ, ਇਸ ਡਾਕੂਮੈਂਟ ਨੂੰ ਬਈ ਆਪਣੇ ਕੰਪਿਊਟਰ ਦੇ ਵਿੱਚ ਪਾਉਣਾ ਹੈ, ਇਹਦੀ ਇੱਕ ਸੌਫਟ ਕਾਪੀ ਤਿਆਰ ਕਰਨੀ ਹੈ, ਜਾਂ ਮੇਰੇ ਇੱਕ ਡਾਕੂਮੈਂਟ ਹੈ, ਮੇਰੇ ਕੋਲ ਪ੍ਰਿੰਟ ਆਊਟਸ ਹੈਗੇ ਨੇ, ਇਸ ਪ੍ਰਿੰਟ ਆਊਟਸ ਨੂੰ ਮੈਨੂੰ ਪੈਨ ਡਰਾਈਵ ਦੇ ਵਿੱਚ ਪਾ ਦਿਓ, ਜਾਂ ਇਸ ਪ੍ਰਿੰਟ ਆਊਟਸ ਨੂੰ ਤੁਸੀਂ ਕਿਸੇ ਮੇਰੇ ਫਰੈਂਡ ਨੂੰ ਸੈਂਡ ਕਰ ਦਿਓ। ਤੇ ਕੀ ਕਰੋਗੇ? ਅਸੀਂ ਕੰਪਿਊਟਰ ਦੇ ਸਟੂਡੈਂਟਸ ਹਾਂ, ਸਾਨੂੰ ਸਭ ਤੋਂ ਪਹਿਲਾਂ ਦਿਮਾਗ 'ਚ ਆਏਗਾ ਕਿ ਅਸੀਂ ਇਸ ਡਾਕੂਮੈਂਟਸ ਨੂੰ ਉਹਦੀ ਸੌਫਟ ਕਾਪੀ ਕਿਵੇਂ ਬਣਾਵਾਂਗੇ, ਠੀਕ ਹੈ। ਤਾਂ ਸੌਫਟ ਕਾਪੀ ਬਣਾਉਣ ਦੇ ਲਈ ਸਾਡੇ ਕੋਲ ਕੀ ਹੋਣਾ ਚਾਹੀਦਾ? ਸਕੈਨਰ ਹੋਣਾ ਚਾਹੀਦਾ। ਸੋ ਸਭ ਤੋਂ ਪਹਿਲੇ ਮੈਂ ਗੱਲ ਕਰਦਾ ਡਿਵਾਈਸਿਸ ਦੀ, ਕੰਪਿਊਟਰ ਡਿਵਾਈਸਿਸ ਦੀ। ਸਾਡੇ ਕੋਲ ਕੰਪਿਊਟਰ ਡਿਵਾਈਸਿਸ ਹੁੰਦੀਆਂ, ਠੀਕ ਹੈ, ਜਿਨ੍ਹਾਂ ਨੂੰ ਅਸੀਂ ਹਾਰਡਵੇਅਰ ਡਿਵਾਈਸ ਕਹਿੰਦੇ ਹਾਂ। ਸੋ ਕੰਪਿਊਟਰ ਡਿਵਾਈਸਿਸ ਦੋ ਤਰ੍ਹਾਂ ਦੀਆਂ ਹੁੰਦੀਆਂ, ਸਭ ਨੂੰ ਪਤਾ। ਇੱਕ ਇਨਪੁਟ ਡਿਵਾਈਸਿਸ ਹੈ, ਦੂਸਰੀ ਆਊਟਪੁੱਟ ਡਿਵਾਈਸਿਸ ਹੈ, ਠੀਕ ਹੈ। ਸੋ ਜਿਹੜੀਆਂ ਆਊਟਪੁੱਟ ਡਿਵਾਈਸਿਸ ਹੈ, ਠੀਕ ਹੈ, ਜਿਵੇਂ ਕਿ ਪ੍ਰਿੰਟਰ ਹੋ ਗਿਆ, ਮੋਨੀਟਰ ਹੋ ਗਿਆ, ਠੀਕ ਹੈ, ਇਹ ਸਾਰੀਆਂ ਆਊਟਪੁੱਟ ਡਿਵਾਈਸ ਹੈ। ਜਿਵੇਂ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਵਾਚ ਕਰ ਰਿਹਾ, ਤੁਹਾਡੀ ਫੋਟੋਜ਼ ਦੇਖ ਰਿਹਾ, ਤੇ ਮੈਂ ਕਿੱਦਾਂ ਦੇਖ ਰਿਹਾ? ਮੈਂ ਆਪਣੇ ਲੈਪਟਾਪ ਤੇ ਤੁਹਾਡੀ ਫੋਟੋਜ਼ ਕਿੱਦਾਂ ਦੇਖ ਰਿਹਾ? ਮੋਨੀਟਰ ਤੇ ਦੇਖ ਰਿਹਾ,
ठीक है, लैपटॉप ते देख रहे हैं, एलईडी ते देख रहे हैं। सो एलईडी की है, मैनू आउटपुट दे रही है। ठीक है, जो चीज मैनू आउटपुट दे रही है, जो चीज मेरे कंप्यूटर के थ्रू मैनू आउटपुट मिल रही है, वो सारियां ही ਪੈਰੀਫਰਲਸ ਹੁੰਦੀਆਂ ਨੇ ਆਊਟਪੁੱਟ ਡਿਵਾਈਸਿਸ। ਇਹਨੂੰ ਆਪਾਂ ਪੈਰੀਫਰਲ ਡਿਵਾਈਸਿਸ ਵੀ ਕਹਿੰਦੇ ਆ। ਠੀਕ ਹੈ, ਸੋ ਆਊਟਪੁੱਟ ਡਿਵਾਈਸਿਸ ਸਾਨੂੰ ਕੋਈ ਵੀ ਆਊਟਪੁੱਟ ਦਿੰਦੀਆਂ, ਜਿਵੇਂ ਕਿ ਪ੍ਰਿੰਟਰ ਸਾਨੂੰ ਕੀ ਦਿੰਦਾ, ਹਾਰਡ ਕਾਪੀ ਦਿੰਦਾ। ਠੀਕ ਹੈ, ਉਦਾਂ ਹੀ ਇਨਪੁੱਟ ਡਿਵਾਈਸਿਸ ਨੇ। ਇਨਪੁੱਟ ਡਿਵਾਈਸਿਸ ਕਿਹੜੀਆਂ, ਜਿਹਦੇ ਵਿੱਚ ਅਸੀਂ ਕੀ ਕਰਦੇ ਆ, ਯੂਜ਼ਿੰਗ ਇਨਪੁੱਟ ਡਿਵਾਈਸਿਸ ਵੀ ਐਂਟਰ ਡਾਟਾ, ਵੀ ਐਂਟਰ ਐਨੀ ਇਨਪੁੱਟ ਟੂ ਦਾ ਕੰਪਿਊਟਰ। ਯੂਜ਼ਰ ਆਪਣੀ ਕਮਾਂਡ ਦੇਣ ਲਈ ਇਹਨਾਂ ਇਨਪੁੱਟ ਡਿਵਾਈਸਿਸ ਨੂੰ ਯੂਜ਼ ਕਰਦਾ। ਠੀਕ ਹੈ, ਉਹਦੇ ਵਿੱਚ ਤੁਸੀਂ ਜਾਣਦੇ ਹੋ ਜਿਵੇਂ ਕਿ ਮਾਊਸ ਹੋ ਗਿਆ। ਠੀਕ ਹੈ, ਮਾਊਸ ਦੇ ਨਾਲ ਆਪਾਂ ਕੀ ਕਰਦੇ ਆ, ਟੱਚ ਕਰਦੇ ਆ, ਕਲਿੱਕ ਕਰਦੇ ਆ, ਪੁਆਇੰਟ ਕਰਦੇ ਆ। ਠੀਕ ਹੈ, ਔਰ ਕੋਈ ਵੀ ਇਨਪੁੱਟ ਨੂੰ ਅਸੀਂ ਕੀ ਕਰਦੇ ਆ, ਕੰਪਿਊਟਰ ਤੱਕ ਪਹੁੰਚਾਉਂਦੇ ਆ। ਠੀਕ ਹੈ, ਸੋ ਸਾਡਾ ਜਿਹੜਾ ਮਾਊਸ ਹੈ ਉਹ ਕੀ ਹੋ ਗਿਆ, ਇਨਪੁੱਟ ਡਿਵਾਈਸ ਹੋ ਗਈ। ਉਦਾਂ ਹੀ ਅੱਜ ਮੈਂ ਗੱਲ ਜਿਹੜੀ ਕਰ ਰਿਹਾ ਸਕੈਨਰ ਦੀ, ਸਕੈਨਰ ਯਾਦ ਰੱਖਿਓ, ਸਕੈਨਰ ਵੀ ਕੀ ਹੈ, ਇਨਪੁੱਟ ਡਿਵਾਈਸ ਹੈ। ਠੀਕ ਹੈ, ਸਕੈਨਰ ਕਿਉਂ ਇਨਪੁੱਟ ਡਿਵਾਈਸ ਹੈ, ਕਿਉਂਕਿ ਅਸੀਂ ਕਿਸੇ ਵੀ ਪੇਜ ਨੂੰ, ਕਿਸੇ ਡਾਕੂਮੈਂਟਸ ਨੂੰ, ਕਿਸੇ ਫੋਟੋ ਨੂੰ, ਠੀਕ ਹੈ, ਇਮੇਜ ਨੂੰ ਸਕੈਨ ਕਰਦੇ ਹਾਂ। ਸਕੈਨ ਇਦਾਂ ਕਰਦੇ ਹਾਂ ਕਿ ਸਾਡੇ ਕੋਲ ਹਾਰਡ ਕਾਪੀ ਹੁੰਦੀ ਹੈ, ਅਸੀਂ ਉਸ ਹਾਰਡ ਕਾਪੀ ਨੂੰ ਸਕੈਨ ਉਸ ਡਿਵਾਈਸ ਦੇ ਅੰਦਰ ਕਰਦੇ ਹਾਂ, ਔਰ ਉਹ ਵਾਲੀ ਜਿਹੜੀ ਡਿਵਾਈਸ ਹੈ ਉਹਨੂੰ ਸਕੈਨਰ ਕਹਿੰਦੇ ਆ। ਉਹ ਸਕੈਨ ਕਰਕੇ ਆਪਣੇ ਮਟੀਰੀਅਲ ਨੂੰ, ਆਪਣੇ ਹਾਰਡ ਕਾਪੀ ਨੂੰ ਉਹ ਕੀ ਕਰਦਾ, ਸੌਫਟ ਕਾਪੀ ਦੇ ਵਿੱਚ ਕਨਵਰਟ ਕਰ ਦਿੰਦਾ, ਔਰ ਉਹ ਜਿੰਨਾ ਵੀ ਡਾਟਾ ਹੁੰਦਾ, ਮਟੀਰੀਅਲ ਹੁੰਦਾ, ਉਹ ਸਾਰਾ ਕੰਪਿਊਟਰ ਦੇ ਵਿੱਚ ਪਾ ਦਿੰਦਾ ਹੈ। ਠੀਕ ਹੈ, ਸੋ ਇਸ ਕਰਕੇ ਇਹ ਕੀ ਹੈ, ਸਕੈਨਰ ਸਾਡਾ ਇਨਪੁੱਟ ਡਿਵਾਈਸ ਹੈ। ਥੋੜਾ ਅੱਗੇ ਵਧਦੇ ਹਾਂ। ਸਕੈਨਰ ਦੇ ਵਿੱਚ ਜਿਹੜੇ ਸਾਡੇ ਕੋਲ ਪ੍ਰਿੰਟਰ ਆਉਂਦੇ ਆ, ਠੀਕ ਹੈ, ਅੱਜ ਕੱਲ ਜੋ ਵੀ ਪ੍ਰਿੰਟਰ ਤੁਹਾਡੇ ਮਾਰਕੀਟ ਦੇ ਵਿੱਚ ਅਵੇਲੇਬਲ ਹੈਗੇ ਆ, ਉਹਨਾਂ ਦੇ ਵਿੱਚ ਆਲਰੇਡੀ ਸਕੈਨਰ ਹੈਗਾ। ਠੀਕ ਹੈ, ਸਾਰੇ ਹੀ ਪ੍ਰਿੰਟਰ ਦੇ ਵਿੱਚ ਸਕੈਨਰ ਦਾ ਜਿਹੜਾ ਕੰਮ ਹੁੰਦਾ ਹੈ। ਠੀਕ ਹੈ, ਇਦਾਂ ਦੇ ਡਿਵਾਈਸਿਸ ਜਿਹੜੀਆਂ, ਠੀਕ ਹੈ, ਉਹਨਾਂ ਨੂੰ ਅਸੀਂ MFD ਡਿਵਾਈਸ ਕਹਿੰਦੇ ਆ, ਮਲਟੀ ਫੰਕਸ਼ਨਲ ਡਿਵਾਈਸ। ਠੀਕ ਹੈ, ਮਲਟੀ ਫੰਕਸ਼ਨ ਡਿਵਾਈਸ ਦਾ ਮਤਲਬ ਕਿ ਸਾਡਾ ਪ੍ਰਿੰਟਰ ਜਿਹੜਾ ਉਹ ਪ੍ਰਿੰਟ ਦਾ ਹੀ ਕੰਮ ਨਹੀਂ ਦੇ ਰਿਹਾ, ਉਹਦੇ ਨਾਲ ਦੇ ਨਾਲ ਉਹ ਪ੍ਰਿੰਟਰ ਐਸ ਵੈਲ ਐਸ ਸਕੈਨਰ ਐਸ ਵੈਲ ਐਸ ਫੋਟੋਕਾਪੀਅਰ, ਠੀਕ ਹੈ, ਇਹ ਸਾਰੇ ਕੰਮ ਦੇ ਰਿਹਾ। ਉਹਦੇ ਨਾਲ ਨਾਲ ਕੀ ਕਰ ਰਿਹਾ, ਉਹ ਫੈਕਸ ਦਾ ਕੰਮ ਵੀ ਦੇ ਸਕਦਾ। ਜਦੋਂ ਕਿਸੇ ਡਿਵਾਈਸ ਨੂੰ MFD ਕਵਾਂਗੇ, ਮਲਟੀ ਫੰਕਸ਼ਨਲ ਡਿਵਾਈਸ ਕਵਾਂਗੇ, ਤੇ ਉਹ ਡਿਵਾਈਸ ਕੀ ਹੋਏਗੀ, ਉਹਦੇ ਵਿੱਚ ਫੈਕਸ ਦਾ ਆਪਸ਼ਨ ਵੀ ਅਵੇਲੇਬਲ ਹੋਵੇਗਾ। ਠੀਕ ਹੈ, ਸੋ ਸਕੈਨਰ ਜਿਹੜਾ ਹੈ ਉਹ ਪ੍ਰਿੰਟਰ ਦੇ ਵਿੱਚ ਤੇ ਹੈ ਹੀ ਹੈ। ਉਹਦੇ ਬਾਅਦ ਤੁਸੀਂ ਇੰਡੀਵਿਜੂਅਲ ਵੀ ਆਪਣਾ ਸਕੈਨਰ ਜਿਹੜਾ ਮਾਰਕੀਟ ਤੋਂ ਖਰੀਦ ਸਕਦੇ ਹੋ, ਜੇਕਰ ਤੁਹਾਡਾ ਪ੍ਰਿੰਟਰ ਦੇ ਵਿੱਚ ਕਲੈਰਿਟੀ ਨਹੀਂ ਆ ਰਹੀ, ਜਾਂ ਪਹਿਲਾਂ ਜਦੋਂ ਯੂਜ਼ ਕਰਦੇ ਸੀ ਸਕੈਨਰ ਨੂੰ ਤਾਂ ਕੱਲਾ ਸਕੈਨਰ ਹੁੰਦਾ ਸੀ ਔਰ ਪ੍ਰਿੰਟਰ ਜਿਹੜਾ ਅਲੱਗ ਹੁੰਦਾ ਸੀ। ਹੁਣ ਵੀ ਕਈ ਜਿਹੜੇ ਪ੍ਰਿੰਟਰਸ ਮਾਰਕੀਟ ਦੇ ਵਿੱਚ ਆਉਂਦੇ ਆ, ਲੇਜ਼ਰ ਪ੍ਰਿੰਟਰ, ਉਹ ਕੱਲੇ ਪ੍ਰਿੰਟਰ ਵੀ ਹੁੰਦੇ ਆ। ਠੀਕ ਹੈ, ਉਹ ਸਿਰਫ ਪ੍ਰਿੰਟ ਆਊਟ ਦਾ ਕੰਮ ਕਰਦੇ ਆ, ਨਾ ਉਹ ਫੋਟੋਕਾਪੀ ਦਾ ਕੰਮ ਕਰਦੇ ਆ, ਨਾ ਉਹ ਸਕੈਨਿੰਗ ਦਾ ਕੰਮ ਕਰਦੇ ਆ। ਠੀਕ ਹੈ, ਉਸ ਕੇਸ ਦੇ ਵਿੱਚ ਤੁਹਾਨੂੰ ਸਕੈਨਰ ਜਿਹੜਾ ਮਾਰਕੀਟ ਤੋਂ ਲੈਣਾ ਪਵੇਗਾ। ਠੀਕ ਹੈ, ਸਕੈਨਰ ਆਪਾਂ ਇਸ ਕਰਕੇ ਵੀ ਲੈਣੇ ਆ ਕਿਉਂਕਿ ਸਕੈਨਰ ਦੇ ਵਿੱਚ ਜਿਹੜੀ ਕਲੈਰਿਟੀ ਹੈ, ਠੀਕ ਹੈ, ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ, ਕੁਆਲਿਟੀ ਬੜੀ ਅੱਛੀ ਆਉਂਦੀ ਹੈ। ਠੀਕ ਹੈ, ਜੇਕਰ ਤੁਸੀਂ ਮੋਬਾਈਲ ਤੋਂ ਫੋਟੋ ਖਿੱਚ ਕੇ ਕਿਸੇ ਨੂੰ ਭੇਜਦੇ ਹੋ, ਤੁਸੀਂ ਦੇਖਿਆ ਹੋਣਾ ਕਿ ਫੋਟੋ ਸਾਡੀ ਕੀ ਹੋ ਜਾਂਦੀ ਹੈ, ਬਲਰ ਹੋ ਜਾਂਦੀ ਹੈ। ਫਿਰ ਉਹ ਜਦੋਂ ਉਹਦਾ ਤੁਸੀਂ ਪ੍ਰਿੰਟ ਆਊਟ ਕੱਢੋਗੇ ਤੇ ਉਹ ਬੜਾ ਬਲੈਕਿਸ਼ ਚ ਆਏਗਾ, ਡਾਰਕ ਆਏਗਾ। ਠੀਕ ਹੈ, ਇਹਦੇ ਤੋਂ ਬਚਣ ਦੇ ਲਈ ਹੁਣ ਮੰਨ ਲਓ ਅਸੀਂ ਆਫੀਸ਼ੀਅਲੀ ਕਿਤੇ ਕਿਸੇ ਨੂੰ ਮੇਲ ਪਾਣੀ ਹੈ, ਠੀਕ ਹੈ, ਤੇ ਅਸੀਂ ਉਹ ਫੋਟੋ ਖਿੱਚ ਕੇ ਤੇ ਪਾ ਨਹੀਂ ਸਕਦੇ, ਕਿਉਂਕਿ ਉਹ ਅਗਲੇ ਨੇ ਤੁਹਾਨੂੰ ਇਹੀ ਕਹੇਗਾ ਕਿ ਤੁਹਾਡੀ ਜਿਹੜੀ ਤੁਸੀਂ ਕੁਆਲਿਟੀ ਭੇਜੀ ਹੈ ਬਹੁਤ ਮਾੜੀ ਭੇਜੀ ਹੈ। ਠੀਕ ਹੈ, ਤੁਸੀਂ ਕਿਸੇ ਨੂੰ ਪਾਸਪੋਰਟ ਭੇਜ ਰਹੇ ਹੋ, ਕਿਸੇ ਨੂੰ ਤੁਸੀਂ ਆਪਣਾ ਕੋਈ ਵੀ ਆਧਾਰ ਕਾਰਡ ਭੇਜ ਰਹੇ ਹੋ, ਉਹਦੇ ਲਈ ਤੁਹਾਨੂੰ ਸਕੈਨ ਕਰਨਾ ਹੀ ਪਏਗਾ, ਔਰ ਤੁਸੀਂ ਡਿਵਾਈਸ ਤੋਂ ਸਕੈਨ ਕਰੋਗੇ ਤੇ ਉਹ ਜਿਹੜੀ ਕੁਆਲਿਟੀ ਹੈ ਬੜੀ ਅੱਛੀ ਹੋਏਗੀ। ਠੀਕ ਹੈ, ਉਹਦੇ ਨਾਲ ਦੀ ਨਾਲ ਮੈਂ ਤੁਹਾਨੂੰ ਅੱਗੇ ਹੋਰ ਵੀ ਤੁਹਾਨੂੰ ਫਾਇਦੇ ਦੱਸਾਂਗਾ ਸਕੈਨਰ ਦੇ। ਸਭ ਤੋਂ ਪਹਿਲੇ, ਸਕੈਨਰ ਇਜ਼ ਇਨਪੁਟ ਡਿਵਾਈਸ, ਇਟ ਰੀਡ ਦਾ ਗ੍ਰਾਫਿਕਲ ਇਮੇਜ or line art or text from the source and convert it into the digital information। ਕਿਉਂਕਿ ਕੋਈ ਵੀ ਡਾਟਾ ਜਦੋਂ ਪ੍ਰਿੰਟ ਆਊਟ ਦੀ ਫਾਰਮ ਦੇ ਵਿੱਚ ਹੈਗਾ ਉਹ ਐਨਾਲੌਗ ਹੈ। ਠੀਕ ਹੈ, ਜਦੋਂ ਅਸੀਂ ਕਿਸੇ ਡਾਟਾ ਨੂੰ ਕੰਪਿਊਟਰ ਦੇ ਵਿੱਚ ਪਾਉਂਦੇ ਆ ਤਾਂ ਉਹ ਡਿਜੀਟਲ ਡਾਟਾ ਹੋ ਜਾਂਦਾ। ਠੀਕ ਹੈ, ਸੋ ਸਕੈਨਰ ਇਹ ਵੀ ਕੰਮ ਕਰਦਾ ਹੈ ਕਿ ਸਾਡੇ ਐਨਾਲੌਗ ਡਾਟਾ ਨੂੰ ਡਿਜੀਟਲ ਦੇ ਵਿੱਚ ਕਨਵਰਟ ਕਰਕੇ ਕੰਪਿਊਟਰ ਨੂੰ ਇਨਫੋਰਮੇਸ਼ਨ ਦਿੰਦਾ ਹੈ। ਠੀਕ ਹੈ, ਸੋ ਸਕੈਨਰ ਇਲੈਕਟ੍ਰੋਨਿਕ ਡਿਵਾਈਸ ਹੈ, ਡਿਜੀਟਲ ਡਿਵਾਈਸ ਹੈ। Scanner are used to give large volume of data as input to the computer। ਕਿੰਨੇ ਵੀ ਪੇਜ ਤੁਸੀਂ ਮੰਨ ਲਓ ਪੂਰੀ ਕਿਤਾਬ ਹੀ ਤੁਸੀਂ ਸਕੈਨ ਕਰਨੀ ਹੈ ਤੇ ਤੁਸੀਂ ਕਰ ਸਕਦੇ ਹੋ, ਕਾਫੀ ਨੰਬਰ ਆਫ ਪੇजेस ਹੈ, ਉਹਨਾਂ ਨੂੰ ਤੁਸੀਂ ਸਕੈਨ ਕਰਨਾ, ਮਤਲਬ ਲਾਰਜ ਵੋਲਿਊਮ ਆਫ ਡਾਟਾ ਜਿਹੜਾ ਤੁਸੀਂ ਸਕੈਨ ਕਰ ਸਕਦੇ ਹੋ, ਇਨਪੁਟ ਦੇ ਸਕਦੇ ਹੋ ਕੰਪਿਊਟਰ ਨੂੰ। ਠੀਕ ਹੈ, the basic principle of scanner to analyze an image।
एनालाइज करता है, इमेज नू स्कैन करता है, ठीक है, टैक्सट नू स्कैन करता है, ठीक है। ਇਹਦੀ ਜਿਹੜੀ ਟੈਕਨੀਕ ਹੈ, ਟੈਕਨੋਲੋਜੀ ਹੈ, ਆਪਾਂ ਉਸ ਟੈਕਨੋਲੋਜੀ ਨੂੰ ਕਹਿੰਦੇ ਆ OCR। याद रखियो, OCR मतलब ऑप्टिकल करैक्टर रिकॉग्निशन, ठीक है। जो भी करैक्टर्स लिखे है, जो भी इमेज बनी है, फोटो बनी है, ठीक है, उस फोटो ਨੂੰ ऑप्टिकल लाइट ਦੇ थ्रू, ठीक है, लाइट ਦੇ थ्रू कॉपी करके वो कंप्यूटर ਨੂੰ ਐਜ਼ ए इनपुट ਦੇ ਦਿੰਦਾ, ठीक है। फिर ਤੁਹਾਡੇ ਕੋਲ ਜੋ ਵੀ ਹੋਵੇਗਾ, ਜੋ ਵੀ ਤੁਹਾਡੇ ਕੋਲ ਮਟੀਰੀਅਲ, ਤੁਹਾਡੀ ਚਾਹੇ ਫੋਟੋ ਹੀ ਹੈ, ਉਸ ਫੋਟੋ ਨੂੰ ਉਹ ਆਪਟੀਕਲੀ ਕਰੈਕਟਰ ਰਿਕੋਗਨਾਈਜ਼ ਕਰਕੇ ਤੇ ਸਾਡੇ ਕੰਪਿਊਟਰ ਦੇ ਕੋਲ ਦੇ ਦੇਵੇਗਾ। ਫਿਰ ਜਦੋਂ ਇੱਕ ਵਾਰੀ ਤੁਹਾਡੇ ਕੋਲ ਸੌਫਟ ਕਾਪੀ ਆ ਗਈ, ਫਿਰ ਤੁਸੀਂ ਉਹਨੂੰ ਕੁਝ ਵੀ ਕਰ ਸਕਦੇ ਹੋ। ਤੁਸੀਂ ਦੇਖਿਆ, ਤੁਸੀਂ ਐਡੀਟਿੰਗ ਕਰ ਸਕਦੇ ਹੋ, ਹਨਾ, ਫੋਟੋਸ਼ਾਪ ਦੇ ਵਿੱਚ ਐਡੀਟਿੰਗ ਕਰਕੇ ਤੁਸੀਂ ਉਸ ਫੋਟੋ ਨੂੰ ਤਿਆਰ ਕਰ ਸਕਦੇ ਹੋ। ਤੁਸੀਂ ਪਾਸਪੋਰਟ ਸਾਈਜ਼ ਫੋਟੋਜ਼ ਨਿਕਾਲ ਸਕਦੇ ਹੋ, ਜਾਂ ਆਪਣੀ ਫੋਟੋ ਦੇ ਵਿੱਚ ਕੋਈ ਵੀ ਐਡੀਟਿੰਗ ਕਰ ਸਕਦੇ ਹੋ ਤੁਸੀਂ, ਠੀਕ ਹੈ, ਜਿੱਦਾਂ ਦਾ ਤੁਹਾਨੂੰ ਆਊਟਪੁੱਟ ਚਾਹੀਦੀ ਹੈ। ਫਿਰ ਤੁਸੀਂ ਦੁਬਾਰਾ ਉਹਨੂੰ ਪ੍ਰਿੰਟ ਆਊਟ ਦੇ ਸਕਦੇ ਹੋ। ਸੋ scanner have become an important part of the home office over the last few years, ठीक है। scanner technology is everywhere and used in many ways। ਕਈ ਜਗ੍ਹਾ ਤੇ ਕਾਫੀ ਤਰ੍ਹਾਂ ਦੇ ਨਾਲ ਸਕੈਨਰ ਯੂਜ਼ ਹੁੰਦਾ ਹੈ, ਠੀਕ ਹੈ। on your computer you need software। ਦੂਸਰੀ ਗੱਲ ਆ ਗਈ, ਸਕੈਨਰ ਤੇ ਇੱਕ ਡਿਵਾਈਸ ਹੈ, ਆਊਟਪੁੱਟ ਇਨਪੁੱਟ ਡਿਵਾਈਸ ਹੈ, ਠੀਕ ਹੈ। ਬਟ ਕੋਈ ਵੀ ਡਿਵਾਈਸ ਕੰਪਿਊਟਰ ਦੇ ਨਾਲ ਕਿੱਦਾਂ ਕੰਮ ਕਰਦੀ ਹੈ, ਸਾਨੂੰ ਉਹਦੇ ਲਈ ਕੀ ਚਾਹੀਦਾ ਹੁੰਦਾ, ਡਰਾਈਵਰ ਚਾਹੀਦਾ ਹੁੰਦਾ, ठीक है। सो ਸਕੈਨਰ ਦਾ ਜਿਹੜਾ ਡਰਾਈਵਰ ਹੈ, ਠੀਕ ਹੈ, ਉਹਨੂੰ ਅਸੀਂ ਮੋਰ ਕਾਮਨ ਲੈਂਗੁਏਜ ਦੇ ਵਿੱਚ ਟਵੈਨ ਕਹਿੰਦੇ ਆ, TWAIN, ਠੀਕ ਹੈ। ਟਵੈਨ ਇੱਕ ਟੈਕਨੋਲੋਜੀ ਹੈ ਜਾਂ ਇੱਕ ਸੌਫਟਵੇਅਰ ਹੈਗਾ ਜਿਹਦੇ ਨਾਲ ਆਪਾਂ ਸਕੈਨਰ ਤੋਂ ਕੰਮ ਲੈਂਦੇ ਆ, ਠੀਕ ਹੈ। ਸੋ ਉਸ ਡਰਾਈਵਰ ਨੂੰ, ਉਸ ਸੌਫਟਵੇਅਰ ਨੂੰ, ਉਸ ਟੈਕਨੋਲੋਜੀ ਨੂੰ ਅਸੀਂ ਟਵੈਨ ਦਾ ਨਾਮ ਦੇ ਦਿੱਤਾ, ਠੀਕ ਹੈ। ਉਹਦੇ ਬਾਅਦ ਸਪੈਸੀਫਿਕੇਸ਼ਨ, ਇੱਕ ਸਕੈਨਰ ਦੀ ਕੀ ਸਪੈਸੀਫਿਕੇਸ਼ਨ ਹੁੰਦੀ ਹੈ। ਜਿਹੜਾ ਸਕੈਨਰ ਹੈ ਉਹ ਤੁਹਾਡੇ ਕੋਲ ग्रे स्केल स्कैनर भी हो सकता है या फिर कलर्ड स्कैनर भी हो सकता है, ठीक है। ग्रे स्केल ਹੁੰਦਾ ਹੈ ਜਿਹੜਾ ਕਿ ਬਲੈਕ ਐਂਡ ਵਾਈਟ ਸਕੈਨਰ ਹੈ, ਠੀਕ ਹੈ। ਕੋਈ ਸਕੈਨਰ ਮਾਰਕੀਟ ਦੇ ਵਿੱਚ ਇਦਾਂ ਦੇ ਵੀ ਹੁੰਦੇ ਆ ਜਾਂ ਪਹਿਲੇ ਵੀ ਹੁੰਦੇ ਸੀ ਜਿਹੜੀ ਕਿ ਬਲੈਕ ਐਂਡ ਵਾਈਟ, ਚਾਹੇ ਤੁਸੀਂ ਫੋਟੋ ਜਿਹੜੀ ਹੈ ਕਲਰਡ ਰੱਖੀ ਹੋਈ ਹੈ, ਬਟ ਉਹਨੇ ਜਿਹੜੀ ਇਨਪੁਟ ਲੈਣੀ ਹੈ, ਸਕੈਨ ਕਰਨਾ ਹੈ, ਉਹਨੇ ਬਲੈਕ ਐਂਡ ਵਾਈਟ ਚੁੱਕਣਾ, ਠੀਕ ਹੈ। ਸੋ ਕਲਰਡ ਵੀ ਹੋ ਸਕਦੀ ਹੈ, ਕਲਰਡ ਦੇ ਵਿੱਚੋਂ ਜਿੱਦਾਂ ਦੀ ਫੋਟੋ ਹੋਏਗੀ ਐਜ਼ ਇਟ ਇਜ਼ ਉਹਨੂੰ ਸਕੈਨ ਕਰੇਗਾ। ਸੋ ਇਹਦੀ ਜਿਹੜੀ ਸਪੀਡ ਹੈ ਉਹ 20 ਤੋਂ ਲੈ ਕੇ 280 ਪੇਜ ਪਰ ਮਿੰਟ ਹੋ ਸਕਦੀ ਹੈ, ਠੀਕ ਹੈ। ਉਹਦੇ ਬਾਅਦ ਰਿਜ਼ੋਲੂਸ਼ਨ ਕਿੰਨਾ ਹੈ, ਰਿਜ਼ੋਲੂਸ਼ਨ ਯਾਦ ਰੱਖਿਓ ਕਿ ਜਿੰਨਾ ਰਿਜ਼ੋਲੂਸ਼ਨ ਵੱਧ ਹੋਵੇਗਾ ਕਿਸੇ ਡਿਵਾਈਸ ਦਾ, ਠੀਕ ਹੈ, ਉਨੀ ਹੀ ਕਲੈਰਿਟੀ ਤੁਹਾਡੀ ਜ਼ਿਆਦਾ ਵਧੀਆ ਹੋਏਗੀ। ਸੋ HD ਰਿਜ਼ੋਲੂਸ਼ਨ ਉਨਾ ਹੀ ਜ਼ਿਆਦਾ ਹੋਏਗਾ, ਉਨੀ ਕੁਆਲਿਟੀ ਉਸ ਡਿਵਾਈਸ ਦੀ ਜ਼ਿਆਦਾ ਵਧੀਆ ਹੋਏਗੀ, ਠੀਕ ਹੈ। ਸੋ ਮਿਨੀਮਮ ਟੈਂਪਰੇਚਰ ਇਹਦਾ 50 ਤੋਂ 95 ਡਿਗਰੀ ਤੱਕ ਇਹ ਆਪਰੇਟ ਹੁੰਦਾ ਹੈ। ऑपरेटिंग ह्यूमिडिटी 15 to 85%। और ऑपरेटिंग सिस्टम किसी भी तरह का ऑपरेटिंग सिस्टम, लाइनक्स, मैक, विंडोज, ठीक है, ये सारे ऑपरेटिंग सिस्टम पे स्कैनर काम करता है। पावर सप्लाई 15 वाट उन्होंने चाहिए है। और पोर्ट, इंटरफेसिंग पोर्ट जो है हाई स्पीड USB पोर्ट, ठीक है, या पैरेलल पोर्ट हो सकता है या SCSI अगे मैं दसांगा, तुहानू एक्सप्लेन करांगा। ਉਹਦੇ ਬਾਅਦ ਗੱਲ ਕਰਦੇ ਹਾਂ ਟਾਈਪਸ ਆਫ ਸਕੈਨਰ। ਸੋ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦੇ ਸਕੈਨਰ ਹੈ, ਹਰ ਸਕੈਨਰ ਦੀ ਆਪਣੀ ਖਾਸੀਅਤ ਹੈ, ਠੀਕ ਹੈ। ਹਰ ਸਕੈਨਰ ਦੀ ਆਪਣੀ ਖਾਸੀਅਤ ਹੈ। ਕਈ ਸਕੈਨਰ ਜਿਹੜੇ ਹੈਗੇ ਆ ਉਹ ਇਕੱਠੇ ਡਾਕੂਮੈਂਟ ਲਈ ਬੜੇ ਵਧੀਆ, ਕਈ ਸਕੈਨਰ ਇਦਾਂ ਦੇ ਆ ਜਿਹੜੇ ਕਿ ਸ਼ਾਪਿੰਗ ਮਾਲ ਵਿੱਚ ਲਗਾਏ ਜਾਂਦੇ ਆ, ਠੀਕ ਹੈ। ਜਿੱਦਾਂ ਕਿ ਤੁਸੀਂ ਦੇਖਿਆ ਹੋਵੇਗਾ ਕਿ ਕੋਈ ਵੀ ਤੁਸੀਂ ਮਾਰਕੀਟ ਦੇ ਵਿੱਚ ਪ੍ਰੋਡਕਟ ਖਰੀਦਦੇ ਹੋ, ਠੀਕ ਹੈ, ਇੱਕ ਲੇਸ ਦਾ ਪੈਕੇਟ ਖਰੀਦਦੇ ਹੋ, ਠੀਕ ਹੈ, ਉਹਦੇ ਥੱਲੇ ਇੱਕ ਬਾਰਕੋਡ ਹੁੰਦਾ ਹੈ, ਠੀਕ ਹੈ। ਉਸ ਬਾਰਕੋਡ ਦੇ ਵਿੱਚ ਉਸ ਪ੍ਰੋਡਕਟ ਦੀ ਆਲ ਇਨਫੋਰਮੇਸ਼ਨ ਹੁੰਦੀ ਹੈ, ਉਹਦਾ ਪ੍ਰਾਈਸ ਹੋ ਗਿਆ, ਉਹਦੀ ਮੈਨੂਫੈਕਚਰਿੰਗ ਹੋ ਗਈ, ਠੀਕ ਹੈ, ਐਵਰੀਥਿੰਗ। ਸੋ ਉਹ ਡਾਟਾ ਨੂੰ ਰੀਡ ਕਰਨ ਦੇ ਲਈ ਵੀ ਸਕੈਨਰ ਕੰਮ ਆਉਂਦਾ, ਠੀਕ ਹੈ। ਉਸ ਸਕੈਨਰ ਨੂੰ ਕਹਿੰਦੇ ਆ ਹੈਂਡ ਹੈਲਡ ਸਕੈਨਰ। ਸੋ ਸਕੈਨਰ ਇੱਕੋ ਜਗ੍ਹਾ ਤੇ ਯੂਜ਼ ਨਹੀਂ ਹੁੰਦਾ, ਯਾਦ ਰੱਖਿਓ। ਸਕੈਨਰ ਬੜੀ ਤਰ੍ਹਾਂ ਨਾਲ ਯੂਜ਼ ਹੋ ਸਕਦਾ, ਜਿੱਦਾਂ ਕਿ ਤੁਸੀਂ ਪੇਪਰ ਦਿੰਦੇ ਹੋ ਸਾਰੇ ਜਣੇ, ਠੀਕ ਹੈ। ਸੋ ਪੇਪਰ ਦਿੰਦੇ ਹੋ, ਅੱਜ ਕੱਲ ਤੁਸੀਂ ਦੇਖਿਆ ਹੋਣਾ ITIs ਦੇ ਵਿੱਚ ਵੀ OMR ਸ਼ੀਟਸ ਯੂਜ਼ ਹੁੰਦੀਆਂ, ਠੀਕ ਹੈ, ऑप्टिकल मैग्नेटिक रीडर, ठीक है। सो वो ਜਿਹੜਾ ਤੁਹਾਡਾ ਪੇਪਰ ਹੈ, ਆਨਸਰ ਸ਼ੀਟ ਹੈ ਜਿਹੜੀ ਤੁਹਾਡੀ, ਉਹਦੇ ਵਿੱਚ ਵੀ ਕੀ ਹੁੰਦਾ ਹੈ, ਬਾਰਕੋਡ ਹੁੰਦੇ ਆ, ਠੀਕ ਹੈ। ਸੋ ਉਹਦੇ ਤੋਂ ਹੀ ਤੁਹਾਡਾ ਰੋਲ ਨੰਬਰ, ਤੁਹਾਡਾ ITI ਸਾਰਾ ਕੁਝ ਫਾਈਂਡ ਆਊਟ ਹੋ ਜਾਂਦਾ, ਠੀਕ ਹੈ। ਸੋ ਉਹ OMR ਸ਼ੀਟ ਨੂੰ ਵੀ ਰੀਡ ਕਰਨ ਦੇ ਲਈ ਸਕੈਨਰ ਯੂਜ਼ ਹੁੰਦਾ ਹੈ, ਠੀਕ ਹੈ। ਸੋ ਯਾਦ ਰੱਖਿਓ, ਸਕੈਨਰ ਸਿਰਫ ਔਰ ਸਿਰਫ ਤੁਹਾਡੀਆਂ ਜਿਹੜੇ ਪੇजेस ਹੈ ਉਹਨਾਂ ਨੂੰ ਹੀ ਸਕੈਨ ਨਹੀਂ ਕਰਦਾ, ਫੋਟੋ ਨੂੰ ਹੀ ਸਕੈਨ ਨਹੀਂ ਕਰਦਾ। ਅੱਜ ਕੱਲ ਦੇ ਟਾਈਮ ਦੇ ਹਿਸਾਬ ਨਾਲ ਕਾਫੀ ਜਗ੍ਹਾ ਤੇ ਸਕੈਨਰ ਯੂਜ਼ ਹੁੰਦਾ,
ਜਿੱਦਾਂ ਕਿ ਤੁਸੀਂ ਚੈੱਕ ਲੈਂਦੇ ਹੋ, ਚੈੱਕ ਕਿਸੇ ਨੂੰ ਦਿੰਦੇ ਹੋ, ਹੁਣ ਕਿਸੇ ਵੀ ਬੈਂਕ ਦਾ ਜਿਹੜਾ ਚੈੱਕ ਹੈ ਉਹਦੇ ਥੱਲੇ ਵੀ ਬਾਰਕੋਡ ਹੁੰਦਾ, ਠੀਕ ਹੈ। ਤੁਹਾਡੇ ਚੈੱਕ ਨੂੰ ਵੀ ਜਿਹੜਾ ਸਕੈਨਰ ਜਿਹੜਾ ਹੈ ਉਹ ਉਹਦੀ ਇਨਫੋਰਮੇਸ਼ਨ ਨੂੰ ਰੀਡ ਕਰਨ ਦੇ ਕੰਮ ਆਉਂਦਾ, ਠੀਕ ਹੈ। ਸੋ ਸਾਡੇ ਕੋਲ ਡਿਫਰੈਂਟ ਟਾਈਪਸ ਹੈ, ਅੱਗੇ ਮੈਂ ਗੱਲ ਕਰਦਾ ਟਾਈਪਸ ਆਫ ਸਕੈਨਰ। ਸਭ ਤੋਂ ਪਹਿਲਾਂ ਤੇ ਫਲੈਟ ਬੈਡ ਸਕੈਨਰ, ਠੀਕ ਹੈ। ਇਹ ਫੋਟੋਜ਼ ਹੈ। ਫਲੈਟ ਬੈਡ ਸਕੈਨਰ ਦੇਖੋ ਜਿੱਦਾਂ ਕਿ ਕੋਈ ਬੈੱਡ ਦੀ ਸ਼ੇਪ ਹੁੰਦੀ ਹੈ, ਠੀਕ ਹੈ। ਕੋਈ ਵੀ ਆਪਾਂ ਜਦੋਂ ਸਕੈਨ ਕਰਦੇ ਹਾਂ ਇਹਦੇ ਵਿੱਚ ਤੇ ਡਾਕੂਮੈਂਟ ਪਾ ਦਿੰਨੇ ਆ, ਉੱਪਰੋਂ ਦੀ ਕਵਰ ਬੰਦ ਕਰ ਦਿੰਨੇ ਆ, ਠੀਕ ਹੈ। ਸੋ ਕੋਈ ਵੀ ਪੇਜ ਨੂੰ ਦੇਖੋ ਇਹ ਸਕੈਨ ਕਰ ਲੇਗਾ, ਇਸ ਕਰਕੇ ਇਹਨੂੰ ਫਲੈਟ ਬੈਡ ਸਕੈਨਰ ਕਹਿੰਦੇ ਆ। ਦੂਸਰਾ ਸ਼ੀਟ ਫੈਡ ਸਕੈਨਰ, ਠੀਕ ਹੈ। ਹੁਣ ਦੇਖੋ ਇਹਦੇ ਵਿੱਚ ਸ਼ੀਟ ਜਿਹੜੀ ਹੈ ਜਾਂ ਤੇ ਤੁਸੀਂ ਹੋਰੀਜੈਂਟਲੀ ਵੀ ਪਾ ਸਕਦੇ ਹੋ, ਵਰਟੀਕਲੀ ਵੀ ਪਾ ਸਕਦੇ ਹੋ, ਠੀਕ ਹੈ। ਸਮਝੀ ਮੇਰੀ ਗੱਲ ਨੂੰ? ਪੇਜ ਜਿਹੜਾ A4 ਸਾਈਜ਼ ਦਾ ਸਾਡੇ ਕੋਲ ਪੇਜ ਹੈ, A4 ਸਾਈਜ਼ ਦਾ ਪੋਰਟਰੇਟ ਸਾਈਜ਼ ਦਾ ਵੀ ਪਾ ਸਕਦੇ ਹੋ, ਠੀਕ ਹੈ, ਔਰ ਹੋਰੀਜੈਂਟਲ ਸਾਈਜ਼ ਦਾ ਵੀ ਤੁਸੀਂ ਪਾ ਸਕਦੇ ਹੋ, ਠੀਕ। ਸੋ ਇਹ ਸ਼ੀਟ ਨੂੰ ਫੈਡ ਕਰਦਾ, ਮਤਲਬ ਇੱਕ ਸ਼ੀਟ ਆਏਗੀ ਉਹ ਸਕੈਨ ਹੋਏਗੀ, ਫਿਰ ਦੂਸਰੀ ਸ਼ੀਟ, ਇਦਾਂ ਹੀ ਜਿੰਨੀਆਂ ਸ਼ੀਟਸ ਹੋਣਗੀਆਂ ਸਾਰੀਆਂ ਇੱਕ ਇੱਕ ਕਰਕੇ ਸੀਕੁਐਂਸ 'ਚ ਸਕੈਨ ਹੁੰਦੀਆਂ ਜਾਣਗੀਆਂ, ਇਸ ਕਰਕੇ ਇਹਨੂੰ ਕਹਿੰਦੇ ਆ ਸ਼ੀਟ ਫੈਡ ਸਕੈਨਰ। ਇਹਦੇ ਵਿੱਚ ਕੋਈ ਕਵਰ ਨਹੀਂ ਹੁੰਦਾ, ਇਹ ਸਕੈਨ ਕਰਕੇ ਇੱਕ ਸ਼ੀਟ ਨੂੰ ਫਿਰ ਦੂਸਰੀ ਸ਼ੀਟ, ਤੀਸਰੀ ਸ਼ੀਟ ਚੱਲਦਾ ਜਾਏਗਾ, ਇਸ ਕਰਕੇ ਇਹਨੂੰ ਸ਼ੀਟ ਫੈਡ ਸਕੈਨਰ ਕਹਿੰਦੇ ਆ। ਅਗਲਾ ਹੈਂਡ ਹੈਲਡ ਸਕੈਨਰ, ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਸ਼ਾਪਿੰਗ ਮਾਲ ਦੇ ਵਿੱਚ, ਕੰਪਲੈਕਸ ਦੇ ਵਿੱਚ, ਠੀਕ ਹੈ, ਆਪਾਂ ਯੂਜ਼ ਕਰਦੇ ਹਾਂ ਹੈਂਡ ਹੈਲਡ ਸਕੈਨਰ, ਠੀਕ ਹੈ। ਇਹ ਸਕੈਨਰ ਕੀ ਕਰਦਾ, ਬਾਰਕੋਡ ਪ੍ਰੋਡਕਟ ਦੇ ਜਿਹੜੇ ਹੁੰਦੇ ਆ ਉਹਨਾਂ ਨੂੰ ਇਹ ਰੀਡ ਕਰਦਾ, ਉਹਦੇ ਤੋਂ ਇਹਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿ ਉਹਦਾ ਪ੍ਰੋਡਕਟ ਦਾ ਮੈਨੂਫੈਕਚਰਿੰਗ ਡੇਟ, ਪ੍ਰਾਈਸ, ਉਹਦਾ ਨਾਮ, ਠੀਕ ਹੈ, ਕੁਆਂਟੀਟੀ, ਸਾਰਾ ਕੁਝ ਪਤਾ ਲੱਗ ਜਾਂਦਾ ਉਹਦੇ ਅੰਦਰ, ਠੀਕ ਹੈ। ਇਸ ਕਰਕੇ ਇਹਨੂੰ ਹੈਂਡ ਹੈਲਡ ਮਤਲਬ ਹੱਥ ਦੇ ਵਿੱਚ ਇਹਨੂੰ ਆਪਾਂ ਫੜ ਸਕਦੇ ਹਾਂ ਇਸ ਡਿਵਾਈਸ ਨੂੰ। ਅਗਲਾ ਡਰਮ ਸਕੈਨਰ। ਡਰਮ ਸਕੈਨਰ ਜਿਹੜਾ ਹੈਗਾ ਇਹ ਯੂਜ਼ ਹੁੰਦਾ ਪਬਲਿਸ਼ਿੰਗ ਮਾਰਕੀਟ ਦੇ ਵਿੱਚ, ਠੀਕ ਹੈ। ਪਬਲਿਸ਼ਿੰਗ ਮਾਰਕੀਟ ਮਤਲਬ ਜਿੱਦਾਂ ਕੋਈ ਪ੍ਰਿੰਟ ਆਊਟਸ, ਬੁੱਕਸ ਬਾਈਂਡਿੰਗ ਚਲਦੀ ਪਈ ਹੈ, ਜਾਂ ਕੋਈ ਆਪਾਂ ਕੋਈ ਕਿਤਾਬਾਂ ਛਾਪਦੇ ਪਏ ਆ, ਠੀਕ ਹੈ, ਜਾਂ ਮਾਰਕੀਟ ਦੇ ਵਿੱਚ ਬੜੀ ਵੱਡੀ ਪਿਕਚਰ ਸਾਨੂੰ ਚਾਹੀਦੀਆਂ ਸਕੈਨ ਕਰਨੀਆਂ ਜਿਹੜੀਆਂ, ਠੀਕ ਹੈ, ਜਾਂ ਫੋਟੋਜ਼ ਵੱਡੀਆਂ ਵੱਡੀਆਂ ਉਹਨਾਂ ਨੂੰ ਸਕੈਨ ਕਰਨਾ ਆਪਾਂ, ਠੀਕ ਹੈ, ਉਹਨਾਂ ਨੂੰ ਆਪਾਂ ਇਸ ਡਰਮ ਸਕੈਨਰ ਦੇ ਵਿੱਚ ਸਕੈਨ ਕਰ ਸਕਦੇ ਹਾਂ, ਠੀਕ ਹੈ। ਰਾਉਂਡ ਸ਼ੇਪ ਦਾ ਸਕੈਨਰ ਹੈ, ਦੇਖੋ ਮਿਰਰ ਬਣਿਆ ਹੋਇਆ, ਉਹਦੇ ਵਿੱਚ ਕੋਈ ਵੀ ਪੇਜ ਜਾਂ ਸ਼ੀਟ ਆਪਾਂ ਜਿਹੜੀ ਪਾ ਦਿੰਨੇ ਆ ਤੇ ਫਿਰ ਉਹ ਸਕੈਨ ਹੋ ਕੇ ਸਾਡੇ ਕੰਪਿਊਟਰ ਤੇ ਆਊਟਪੁੱਟ ਆ ਜਾਂਦੀ ਹੈ ਇਹਦੀ, ਠੀਕ ਹੈ। ਇਸ ਕਰਕੇ ਇਹਨੂੰ ਡਰਮ ਸਕੈਨਰ, ਰਾਉਂਡ ਸ਼ੇਪ ਦਾ ਹੁੰਦਾ, ਇਸ ਕਰਕੇ ਇਹਨੂੰ ਡਰਮ ਸਕੈਨਰ ਕਹਿੰਦੇ ਆ, ਠੀਕ ਹੈ। ਸੋ ਇਹਨੂੰ ਥੋੜਾ ਐਕਸਪਲੇਨ ਕਰਦੇ ਆ। ਸਭ ਤੋਂ ਪਹਿਲੇ ਫਲੈਟ ਬੈਡ ਸਕੈਨਰ। ਫਲੈਟ ਬੈਡ ਸਕੈਨਰ ਸਕੈਨ ਡਾਕੂਮੈਂਟ, फोटोज, फ्लैट ऑब्जेक्ट फ्रॉम ए पीसी और लैपटॉप, ठीक है। किसी भी तरह का डॉक्यूमेंट, फोटो, ठीक है, वो सारे तुसी स्कैन कर सकते हो, फिर वो पीसी या लैपटॉप च आ जाती है, ठीक है। वर्क लाइक कॉपी और जीरोक्स मशीन, जिदा कि जीरोक्स मशीन तुसी देखी, फोटो कॉपीयर मशीन, फोटो पेपर पा देने, जो भी पेपर होंदा तुहाडा पा दिंदे हो, ठीक है। ਉਹਦਾ ਜਿਹੜਾ ਰਿਟਨ ਮਟੀਰੀਅਲ ਹੁੰਦਾ ਯਾਦ ਰੱਖਿਓ, ਉਹਨੂੰ ਸ਼ੀਸ਼ੇ ਵਾਲੀ ਸਾਈਡ ਕਰਕੇ ਰੱਖਦੇ ਆਂ ਅਸੀਂ, ਠੀਕ ਹੈ। ਜੇ ਸ਼ੀਸ਼ੇ ਵਾਲੀ ਸਾਈਡ ਨਹੀਂ ਕਰਾਂਗੇ ਤੇ ਫਿਰ ਕੀ ਹੋਏਗਾ, ਉਹ ਬਲੈਂਕ ਆ ਜਾਏਗਾ ਪੇਪਰ ਤੁਹਾਡੇ ਕੋਲ, ਠੀਕ ਹੈ। ਉਹਦੀ ਸਕੈਨਿੰਗ ਨਹੀਂ ਹੋਏਗੀ। ਕਿਉਂ ਨਹੀਂ ਹੋਏਗੀ? ਕਿਉਂਕਿ ਤੁਹਾਨੂੰ ਪਤਾ ਕਿ ਸ਼ੀਸ਼ੇ ਦੇ ਥੱਲੇ ਉਹਦੀ ਸਰਕਟਰੀ ਹੈਗੀ ਹੈ, ਠੀਕ ਹੈ। ਸ਼ੀਸ਼ੇ ਦੇ ਥੱਲੇ ਕੀ ਹੁੰਦਾ, ਸਕੈਨਰ ਦਾ ਹੈਡਰ ਹੁੰਦਾ। ਅੱਗੇ ਮੈਂ ਗੱਲ ਕਰਾਂਗਾ ਵਰਕਿੰਗ ਦੇ ਵਿੱਚ, ਹੈਡਰ ਹੁੰਦਾ, ਉਹ ਸਕੈਨ ਕਰੇਗਾ, ਸਕੈਨ ਕਰਕੇ ਤੁਹਾਡੀ ਪੂਰੀ ਸ਼ੀਟ ਨੂੰ ਸਕੈਨ ਕਰਕੇ ਉਹਦਾ ਡਾਟਾ ਕੰਪਿਊਟਰ ਦੇ ਵਿੱਚ ਪਾ ਦੇਗਾ, ਠੀਕ ਹੈ। flatbed is made up of the glass pane and moving CCD array, ठीक है। CCD कैमरा भी तुसी सुनिया होना, CCD array जड़ा, ठीक है, ये हुंदा चार्ज कपल डिवाइस, ठीक है। चार्ज कपल डिवाइस जड़ी की साडे एनालॉग डाटा ਨੂੰ डिजिटल ਦੇ ਵਿੱਚ ਕਨਵਰਟ ਕਰਦੀ ਹੈ, ठीक है। क्योंकि डाटा ਜਿਹੜਾ ਸਾਡੇ ਕੋਲ ਪਹਿਲੇ ਆਂਦਾ ਸਕੈਨ ਕਰਦੇ ਆ ਜਦੋਂ, ਉਹ डाटा एनालॉग ਹੁੰਦਾ ਹੈ, ठीक है। उस एनालॉग डाटा ਨੂੰ CCD डिवाइस ਜਿਹੜੀ ਹੁੰਦੀ ਹੈ ਉਹ ਡਿਜੀਟਲ ਡਾਟਾ ਦੇ ਵਿੱਚ ਕਨਵਰਟ ਕਰਕੇ ਦੇ ਦਿੰਦੀ ਹੈ, ਠੀਕ ਹੈ। ਮੋਸਟ ਕਾਮਨ ਟਾਈਪ ਆਫ ਸਕੈਨਰ, ਈਜ਼ੀ ਟੂ ਆਪਰੇਟ, ਵਾਈਡਲੀ ਯੂਜ਼ਡ, ਠੀਕ ਹੈ, ਇਹਦੀ ਯੂਜ਼ ਹੁੰਦਾ ਹੈ। ਫਲੈਟਬੈਡ ਸਕੈਨਰ ਦੀ ਸਪੈਸੀਫਿਕੇਸ਼ਨ, ਸਕੈਨਰ ਟਾਈਪ ਫਲੈਟਬੈਡ ਹੈਗਾ, ਸਾਈਜ਼ ਇਹਦਾ ਹੁੰਦਾ 280 into 486 into 52 mm ਇਹਦਾ ਸਾਈਜ਼ ਹੈ। weight ਇਹਦਾ ਹੋ ਸਕਦਾ 1.7 kg ਇਹਦਾ weight ਹੋ ਸਕਦਾ, ਠੀਕ ਹੈ। ਇੰਟਰਫੇਸ ਹਮੇਸ਼ਾ ਜਦੋਂ ਵੀ ਆਏ ਤੇ ਤੁਸੀਂ ਯਾਦ ਰੱਖਣਾ ਕਿ ਕਨੈਕਟੀਵਿਟੀ, ਠੀਕ ਹੈ, ਕਿਸੇ ਡਿਵਾਈਸ ਦੀ ਜਿਹੜੀ ਕਨੈਕਟੀਵਿਟੀ ਹੈ ਉਹਨੂੰ ਅਸੀਂ ਕਹਿੰਦੇ ਆ ਇੰਟਰਫੇਸ। ਉਹ ਜਿਹੜੀ ਕਨੈਕਟੀਵਿਟੀ ਹੈ ਇਹ USB ਦੇ ਥਰੂ ਕਰ ਸਕਦੇ ਹਾਂ ਅਸੀਂ, ਠੀਕ ਹੈ। ਸੋ ਹਾਰਡਵੇਅਰ ਰਿਜ਼ੋਲੂਸ਼ਨ ਇਹਦਾ ਹੋਏਗਾ 1200 DPI, ਠੀਕ ਹੈ, ਡਾਟ ਪਰ ਇੰਚ,
ठीक है। जिन्ना डॉट पर इंच ज्यादा होणगे उन्नी अच्छी वधिया क्वालिटी मन्नी जाती है, ठीक है। 1200 है होर ज्यादा होएगी तो यदी ज्यादा क्वालिटी अच्छी होएगी पिक्चर की, ठीक है। ਉਹਦੇ बाद AC वोल्टेज ਤੇ ਉਹੀ ਚਾਹੀਦੀ 200 ਤੋਂ ਲੈ ਕੇ 240 ਵੋਲਟ ਚਾਹੀਦੀ ਹੈ, ਠੀਕ ਹੈ। ਉਹਦੇ बाद फ्रीकुएंसी 50 हर्ट्ज ਚਾਹੀਦੀ ਹੈ ਇਹਨੂੰ, ਇੰਡੀਅਨ ਜਿਹੜੀ ਫ੍ਰੀਕੁਐਂਸੀ ਆ 50 ਹਰਟਜ਼ ਹੈ ਤੁਹਾਨੂੰ ਪਤਾ। ਸੈਕਿੰਡ ਜਿਹੜਾ ਸਕੈਨਰ ਸ਼ੀਟ ਫੈਡ ਸਕੈਨਰ ਜਿਹਦੀ ਆਪਾਂ ਗੱਲ ਕੀਤੀ ਪਿੱਛੇ ਕਿ ਇਹ ਸ਼ੀਟਸ ਲੈਂਦਾ, ਸ਼ੀਟ ਬਾਈ ਸ਼ੀਟ ਜਿਹੜੀ ਸਕੈਨਿੰਗ ਕਰਦਾ ਜਾਂਦਾ। ਸ਼ੀਟ ਫੈਡ ਸਕੈਨਰ ਸਮਾਲਰ ਐਂਡ ਪੋਰਟੇਬਲ, ਸਮਾਲਰ ਹੁੰਦਾ ਹੈ ਔਰ ਈਜ਼ੀਲੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾਇਆ ਜਾ ਸਕਦਾ। यूज टू ਸਕੈਨ ਡਾਕੂਮੈਂਟਸ ਐਂਡ ਫੋਟੋਜ਼, ਠੀਕ ਹੈ। ਡਾਕੂਮੈਂਟਸ ਨੂੰ ਸਕੈਨ ਕਰਦਾ ਜਾਂ ਫੋਟੋਜ਼ ਨੂੰ ਸਕੈਨ ਕਰ ਸਕਦਾ ਹੈ, ਠੀਕ ਹੈ। ਡਾਕੂਮੈਂਟ ਇਜ਼ ਫੈਡ ਇਨਟੂ ਹੋਰੀਜ਼ੈਂਟਲੀ ਵਰਟੀਕਲੀ, ਠੀਕ ਹੈ। ਮੈਂ ਉਹ ਵੀ ਤੁਹਾਨੂੰ ਦੱਸਿਆ ਸੀਗਾ ਕਿ ਕੋਈ ਵੀ ਡਾਕੂਮੈਂਟ ਜਿਹੜਾ ਅਸੀਂ ਸਕੈਨ ਕਰ ਰਹੇ ਹਾਂ ਉਹ ਅਸੀਂ ਹੋਰੀਜ਼ੈਂਟਲੀ ਵੀ ਇਹਦੇ ਵਿੱਚ ਪਾ ਸਕਦੇ ਹਾਂ ਔਰ ਵਰਟੀਕਲੀ ਵੀ ਪਾ ਸਕਦੇ ਹਾਂ, ਠੀਕ ਹੈ। ਜਿੱਦਾਂ ਵੀ ਪਾਓਗੇ ਉਦਾਂ ਹੀ ਉਹਨੇ ਸਕੈਨਿੰਗ ਕਰਕੇ ਤੇ ਦੇ ਦੇਣੀ ਹੈ, ਠੀਕ ਹੈ। ਕੰਪੋਨੈਂਟ ਆਫ ਸਕੈਨਰ ਸ਼ੀਟ ਫੀਡਰ ਜਿਹੜਾ ਹੈਗਾ ਦੇ ਅੰਦਰ ਸਕੈਨਿੰਗ ਮੋਡਿਊਲ ਹੈਗਾ ਤੇ ਕੈਲੀਬ੍ਰੇਸ਼ਨ ਸ਼ੀਟਸ ਇਹਦੀਆਂ ਕੰਪੋਨੈਂਟਸ ਹੈ। ਸਰਕਿਟਰੀ ਹੈ ਵੀ ਸਕੈਨ ਸਿੰਗਲ ਪੇਜ ਡਾਕੂਮੈਂਟ ਤੇ ਸਿੰਗਲ ਪੇਜ ਬਾਈ ਪੇਜ ਕਰਦਾ ਹੈ, ਠੀਕ ਹੈ। ਇਹ ਨਹੀਂ ਕਿ ਇਕੱਠੇ ਪੇਜ ਕਰ ਲੇਗਾ, ਸਿੰਗਲ ਪੇਜ, ਵਨ ਪੇਜ ਆਫਟਰ ਦੈਨ ਅਨਦਰ ਪੇਜ, ਠੀਕ ਹੈ। ਨੋਟ ਯੂਜ਼ ਟੂ ਸਕੈਨ ਥਿਕਰ ਆਬਜੈਕਟ, ਮੋਟੀ ਸ਼ੀਟ ਜਿਹੜੀ ਹੈ ਇਹਦੇ ਵਿੱਚ ਨਹੀਂ ਪਾ ਸਕਦੇ ਆਪਾਂ। ਜੇ ਅਗਰ ਮੋਟੀ ਸ਼ੀਟ ਇਹਦੇ ਵਿੱਚ ਪਾਵਾਂਗੇ ਤਾਂ ਇਹਦੇ ਵਿੱਚ ਜਿਹੜੀ ਮੋਟਰ ਹੈ ਉਹ ਮੋਟਰ ਨੂੰ ਚੱਕੇਗੀ ਨਹੀਂ ਇਸ ਪੇਜ ਨੂੰ, ਠੀਕ ਹੈ। ਕਿਉਂਕਿ ਹਾਰਡ ਪੇਜ ਹੋਏਗਾ ਉਹਦਾ weight ਵੱਧ ਜਾਵੇਗਾ। ਤੁਸੀਂ ਯਾਦ ਰੱਖਿਓ ਕਿ ਜਦੋਂ ਵੀ ਤੁਸੀਂ ਮਾਰਕੀਟ ਦੇ ਵਿੱਚ ਪੇਜ ਲੈਣ ਜਾਂਦੇ ਹੋ, ਠੀਕ ਹੈ, A4 ਦਾ ਬੰਡਲ ਲੈਂਦੇ ਹੋ, ਫੋਟੋ ਪੇਪਰ ਲੈਂਦੇ ਹੋ ਤਾਂ ਉਹਦੇ ਤੇ weight ਲਿਖਿਆ ਹੁੰਦਾ 85, ਠੀਕ ਹੈ, ਗ੍ਰਾਮ ਜਾਂ 90 ਗ੍ਰਾਮ ਉਹਦੇ ਤੇ ਲਿਖਿਆ ਹੁੰਦਾ weight। ਉਹ weight ਦੇ ਹਿਸਾਬ ਨਾਲ ਮਤਲਬ ਪਤਲਾ ਪੇਜ ਜਿਹੜਾ ਹੁੰਦਾ ਉਹ ਈਜ਼ੀਲੀ ਸਕੈਨ ਹੋ ਜਾਂਦਾ ਹੈ, ਠੀਕ ਹੈ। ਜੇ weight ਜ਼ਿਆਦਾ ਹੋਏਗਾ ਪੇਜ ਦਾ ਤੇ ਇਹ ਜਿਹੜੀ ਸ਼ੀਟ ਫੈਡਰ ਸਕੈਨਰ ਹੈ ਇਹ ਉਹਨੂੰ ਸਕੈਨ ਨਹੀਂ ਕਰ ਪਾਏਗਾ ਕਿਉਂਕਿ ਇਹ ਜਿਹੜਾ ਲਾਈਟ weight ਹੈ। ਨੈਕਸਟ ਸਕੈਨਰ ਹੈਂਡ ਹੈਲਡ ਸਕੈਨਰ ਜਿਹੜਾ ਮੈਂ ਦੱਸਿਆ ਤੁਹਾਨੂੰ ਸ਼ਾਪਿੰਗ ਮਾਲ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਸਮਾਲਰ ਇਨ ਸਾਈਜ਼ ਹੈ। ਇਟ ਇਜ਼ ਸਕੈਨਿੰਗ ਡਿਵਾਈਸ ਵਿਚ ਇਜ਼ ਮੂਵਡ ਓਵਰ ਦਾ ਆਬਜੈਕਟ ਦੈਟ ਨੀਡ ਟੂ ਬੀ ਸਕੈਨਡ। ਜਿਹੜਾ ਵੀ ਕੋਈ ਪ੍ਰੋਡਕਟ ਤੁਸੀਂ ਲੈਂਦੇ ਹੋ, ਖਰੀਦਦੇ ਹੋ ਮਾਰਕੀਟ ਤੋਂ, ਤਾਂ ਉਸ ਪ੍ਰੋਡਕਟ ਦੇ ਉੱਤੇ ਇਸ ਮਸ਼ੀਨ ਨੂੰ ਆਪਾਂ ਕੀ ਕਰਦੇ ਹਾਂ, ਉਹਦੇ ਤੇ ਮੂਵ ਕਰਦੇ ਹਾਂ। ਜਦੋਂ ਮੂਵ ਕਰਦੇ ਹੋ ਤੇ ਉਹ ਆਪਣੇ ਆਪ ਜਿਹੜਾ ਕੋਡ ਹੁੰਦਾ ਬਾਰ ਕੋਡ ਉਹਨੂੰ ਇਹ ਸਕੈਨ ਕਰ ਲੈਂਦਾ ਤੇ ਉਹ ਸਕੈਨ ਕਰਕੇ ਜਿਹੜੀ ਕੰਪਨੀ ਹੈ, ਜਿਹੜੀ ਸ਼ਾਪਿੰਗ ਮਾਲ ਹੈ, ਉਹਦੇ ਕੋਲ ਇਨਫੋਰਮੇਸ਼ਨ ਆਟੋਮੈਟਿਕਲੀ ਪਹੁੰਚ ਜਾਂਦੀ ਹੈ, ਠੀਕ ਹੈ। ਤੇ ਸਾਨੂੰ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਮੈਨੂਅਲੀ ਲਿਖਣ ਦੀ ਜ਼ਰੂਰਤ ਨਹੀਂ ਹੈ। ਇਹ ਸਕੈਨਰ ਡਿਵਾਈਸਿਸ ਨੇ ਦੇਖੋ ਕਿੰਨਾ ਸੌਖਾ ਕੰਮ ਕਰਤਾ। ਇੰਨੇ ਪ੍ਰੋਡਕਟ ਤੁਸੀਂ ਲੈਂਦੇ ਹੋ ਪਰ ਉਹ ਮਿੰਟਾਂ ਦੇ ਵਿੱਚ ਤੁਹਾਡੀ ਜਿਹੜੀ ਹੈ ਸਾਰਾ ਡਾਟਾ ਆਪਣੇ ਕੋਲ ਲੈ ਲੈਂਦੇ ਆ। ਟੂ ਸਕੈਨ ਦਾ ਡਾਕੂਮੈਂਟ ਡਰੈਗ ਦਾ ਸਕੈਨਰ ਓਵਰ ਦਾ ਡਾਕੂਮੈਂਟਸ, ਠੀਕ ਹੈ। ਯੂਜ਼ਡ ਇਨ ਬਾਰਕੋਡ ਸਕੈਨਰ, ਬਾਰਕੋਡ ਸਕੈਨਰ ਵੀ ਇਹਨੂੰ ਕਹਿ ਸਕਦੇ ਹਾਂ ਔਰ ਯੂਜ਼ਡ ਹੁੰਦਾ ਹੈ ਬਾਰਕੋਡ ਨੂੰ ਸਕੈਨ ਕਰਨ ਦੇ ਲਈ। ਇਮੇਜ ਕੁਆਲਿਟੀ ਇਜ਼ ਵੈਰੀ ਪੂਅਰ, ਇਹ ਯਾਦ ਰੱਖਿਓ ਕਿ ਇਹਨੂੰ ਅਸੀਂ ਇਮੇਜ ਨੂੰ ਸਕੈਨ ਕਰਨ ਦੇ ਲਈ ਯੂਜ਼ ਨਹੀਂ ਕਰਦੇ, ਠੀਕ ਹੈ। ਇਹਨੂੰ ਅਸੀਂ ਬਾਰਕੋਡ ਨੂੰ ਸਕੈਨ ਕਰਨ ਦੇ ਲਈ ਯੂਜ਼ ਕਰਦੇ ਹਾਂ ਕਿਉਂਕਿ ਇਸ ਸਕੈਨਰ ਦੀ ਜਿਹੜੀ ਕੁਆਲਿਟੀ ਹੈ ਉਹ ਠੀਕ ਨਹੀਂ ਹੈ, ਵੈਰੀ ਪੂਅਰ ਕੁਆਲਿਟੀ ਹੈਗੀ ਹੈ। ਉਹਦੇ ਬਾਅਦ ਚੌਥਾ ਸਕੈਨਰ ਜਿਹੜੀ ਟਾਈਪਸ ਹੈ ਮੈਂ ਗੱਲ ਕੀਤੀ ਸੀ ਡਰਮ ਸਕੈਨਰ, ਠੀਕ ਹੈ। ਡਰਮ ਸਕੈਨਰ ਮੈਂ ਤੁਹਾਨੂੰ ਦੱਸਤਾ ਸੀ ਰਾਉਂਡ ਸ਼ੇਪ ਦਾ ਹੁੰਦਾ ਹੈ ਔਰ ਇਹ ਯੂਜ਼ ਕੌਣ ਕਰਦਾ ਹੈ, ਪਬਲਿਸ਼ਿੰਗ ਇੰਡਸਟਰੀ, ਠੀਕ ਹੈ। ਸੋ ਕਲਰ ਡਰਮ ਸਕੈਨਰ ਯੂਜ਼ 3 ਮੈਸ਼ਡ ਫੋਟੋ ਮਲਟੀਪਲਾਈ ਟਿਊਬਸ, ਜਿਹੜੇ ਕਲਰ ਸਕੈਨਰ ਹੋਣਗੇ ਉਹਦੇ ਵਿੱਚ 3 ਮਲਟੀਪਲਾਈ ਟਿਊਬਸ ਹੋਣਗੀਆਂ। ਇਸ ਕਿਉਂ ਕਲਰ ਦੇ ਵਿੱਚ 3 ਹੁੰਦੀਆਂ ਹੈ ਔਰ ਬਲੈਕ ਐਂਡ ਵਾਈਟ ਦੇ ਵਿੱਚ ਇੱਕ ਹੀ ਹੁੰਦੀ ਹੈ, ਕਿਉਂਕਿ ਕਲਰ ਦੇ ਵਿੱਚ RGB ਰੈਡ, ਗ੍ਰੀਨ ਔਰ ਵਾਈਟ ਸਾਨੂੰ ਇਹ ਲੈ ਕੇ ਚੱਲਣਾ ਪੈਂਦਾ ਹੈ। ਕਲਰ 3 ਕੰਬੀਨੇਸ਼ਨ ਹੈਗੇ ਆ, ਠੀਕ ਹੈ। ਇਸ ਕਰਕੇ ਮਲਟੀਪਲਾਈ ਟਿਊਬ ਵੀ 3 ਹੁੰਦੀਆਂ ਇਹਦੇ ਅੰਦਰ। ਹਾਈ ਰਿਜ਼ੋਲੂਸ਼ਨ ਹਾਈ ਕੁਆਲਿਟੀ, ਠੀਕ ਹੈ। ਇਹਦੀ ਰਿਜ਼ੋਲੂਸ਼ਨ ਬਹੁਤ ਜ਼ਿਆਦਾ ਹੈ, ਯਾਦ ਰੱਖਿਓ ਸਭ ਤੋਂ ਵੱਧ ਕੁਆਲਿਟੀ ਜਿਹੜੀ ਹੈਗੀ ਹੈ ਡਰਮ ਸਕੈਨਰ ਦੀ ਹੈਗੀ ਹੈ, ਠੀਕ ਹੈ। ਔਰ ਪ੍ਰੋਫੈਸ਼ਨਲ ਜਿਹੜੇ ਕੰਮ ਹੈਗੇ ਆ ਉਹ ਸਾਰੇ ਡਰਮ ਸਕੈਨਰ ਤੋਂ ਹੁੰਦੇ ਆ। ਮਹਿੰਗੀ ਡਿਵਾਈਸ ਹੈ, ਬਾਕੀ ਸਾਰੇ ਸਕੈਨਰ ਤੋਂ ਜ਼ਿਆਦਾ ਰੇਟ ਹੈਗਾ ਡਰਮ ਸਕੈਨਰ ਦਾ ਔਰ ਹਾਈ ਰਿਜ਼ੋਲੂਸ਼ਨ ਹਾਈ ਕੁਆਲਿਟੀ ਦੇ ਲਈ ਬਹੁਤ ਹੀ ਵਧੀਆ ਹੈ ਡਰਮ ਸਕੈਨਰ। ਮੋਰ ਐਕਸਪੈਂਸਿਵ ਹੈ ਡਰਮ ਸਕੈਨਰ ਆਰ ਸਲੋ, ਲੇਕਿਨ ਇਹ ਸਲੋ ਕੰਮ ਕਰਦਾ। ਯਾਦ ਰੱਖਿਓ ਜਦੋਂ ਕੋਈ ਕੁਆਲਿਟੀ ਅੱਛੀ ਕਿਸੇ ਨੂੰ ਦੇਣੀ ਹੁੰਦੀ ਹੈ, ਚਾਹੇ ਉਹ ਪ੍ਰਿੰਟਿੰਗ ਹੋਏਗੀ, ਠੀਕ ਹੈ, ਚਾਹੇ ਉਹ ਤੁਸੀਂ ਸਕੈਨਿੰਗ ਕਰੋਗੇ, ਉਹ ਸਲੋ ਸਪੀਡ ਦੇ ਵਿੱਚ ਥੋੜੀ ਹੋਏਗੀ ਐਜ਼ ਯੂਜ਼ੁਅਲ, ਠੀਕ। ਨੈਕਸਟ मैं गल करदा ऑपरेशन दी, ਸਕੈਨਰ ਕਿੱਦਾਂ ਆਪਰੇਟ ਹੁੰਦਾ ਹੈ, ਕਿੱਦਾਂ
ਉਹਦੀ ਸਰਕਟਰੀ ਜਿਹੜੀ ਹੈ ਉਹ ਕੰਮ ਕਰਦੀ ਹੈ, ਕਿੱਦਾਂ ਸਕੈਨ ਕਰਦੀ ਹੈ। ਠੀਕ ਹੈ, ਸੋ ਗੱਲ ਕਰ ਲੈਂਦੇ ਹਾਂ ਸਕੈਨਰ ਦੇ ਆਪਰੇਸ਼ਨ ਦੇ ਬਾਰੇ। ਸੋ ਸਕੈਨਰ ਇਜ਼ ਆਪਰੇਟ ਔਨ ਦਾ ਪ੍ਰਿੰਸੀਪਲ ਆਫ ਰਿਫਲੈਕਸ਼ਨ। ਯਾਦ ਰੱਖਿਓ ਰਿਫਲੈਕਸ਼ਨ ਕੀ ਹੈ, ਜਦੋਂ ਤੁਸੀਂ ਸ਼ੀਸ਼ਾ ਦੇਖਦੇ ਹੋ ਹਨਾ, ਤੇ ਸ਼ੀਸ਼ੇ ਦੇ ਵਿੱਚ ਤੁਹਾਨੂੰ ਆਪਣੀ ਫੋਟੋ ਦਿਸਦੀ ਹੈ, ਕਿੱਦਾਂ ਦਿਸਦੀ ਹੈ, ਠੀਕ ਹੈ, ਕਿਉਂ ਦਿਸਦੀ ਹੈ, ਉਹ ਪ੍ਰਿੰਸੀਪਲ ਰਿਫਲੈਕਸ਼ਨ ਦਾ ਹੈ। ਠੀਕ ਹੈ, ਕਿ ਆਪਾਂ ਜਿਹੜੀ ਫੋਟੋ ਦੇਖ ਰਹੇ ਹਾਂ ਔਰ ਜਿਹੜੀ ਮਿਰਰ ਹੈ, ਮਿਰਰ ਦੀ ਇੱਕ ਕੁਆਲਿਟੀ ਹੈ ਕਿ ਉਹ ਤੁਹਾਨੂੰ ਰਿਫਲੈਕਟ ਕਰਦੀ ਹੈ। ਠੀਕ ਹੈ, ਤੁਸੀਂ ਜੋ ਉਹਦੇ ਸਾਹਮਣੇ ਕਰਦੇ ਹੋ ਉਹ ਓਪੋਜ਼ਿਟ ਹੋ ਕੇ ਤੁਹਾਨੂੰ ਦਿਸਦਾ। ਠੀਕ ਹੈ, ਇਹਨੂੰ ਹੀ ਰਿਫਲੈਕਸ਼ਨ ਕਹਿੰਦੇ ਆ। ਸਕੈਨਰ is operate on the principle of reflection, that is when a light source fall on an image document the incident light reflects। ठीक है, सो लाइट सोर्स ਜਦੋਂ ਕਿਸੇ ਇਮੇਜ ਤੇ ਪੈਂਦੀ ਹੈ ਤਾਂ ਦੂਸਰੀ ਸਾਈਡ ਤੋਂ ਉਹ ਰਿਫਲੈਕਟ ਹੋ ਕੇ ਦੂਸਰੀ ਸਾਈਡ ਤੇ ਸਾਨੂੰ ਲੱਭਦੀ ਹੈ। ਠੀਕ ਹੈ, ਇਹਨੂੰ ਹੀ ਕਹਿੰਦੇ ਆ ਰਿਫਲੈਕਸ਼ਨ। ਰਿਫਲੈਕਸ਼ਨ ਕਲਰ ਹੋਏਗਾ ਉਦਾਂ ਦਾ ਹੀ ਐਜ਼ ਇਟ ਇਜ਼ ਸਾਨੂੰ ਦਿਸੇਗਾ, ਰਿਫਲੈਕਸ਼ਨ ਉਦਾਂ ਦੀ ਸਾਨੂੰ ਵਾਪਸ ਲੱਭੇਗੀ। ਔਰ ਜਿੰਨਾ ਸਾਈਜ਼ ਦਾ ਡਾਕੂਮੈਂਟ ਹੋਏਗਾ ਉਸੇ ਸਾਈਜ਼ ਦਾ ਡਾਕੂਮੈਂਟ ਸਾਨੂੰ ਦਿਸੇਗਾ। ਇਹ ਨਹੀਂ ਕਿ ਤੁਸੀਂ A4 ਪੇਜ ਸਾਹਮਣੇ ਡਿਸਪਲੇ ਕੀਤਾ, ਰਿਫਲੈਕਟ ਕਰਵਾਉਣਾ ਜਾਂ ਸਕੈਨ ਕਰਨਾ ਤੇ ਉਹ ਤੁਹਾਨੂੰ A3 ਸਾਈਜ਼ 'ਚ ਮਿਲ ਜੇ, ਇਦਾਂ ਨਹੀਂ ਹੋ ਸਕਦਾ। ਠੀਕ ਹੈ, ਜੋ ਐਕਚੁਅਲ ਇਮੇਜ ਹੈ ਉਹੀ ਤੁਹਾਨੂੰ ਮਿਲੇਗੀ। ਸੋ ਦੇਖੋ ਸਟਰਕਚਰ ਦੇਖੋ ਸਕੈਨਰ ਦਾ, ਇਸ ਸਟਰਕਚਰ ਦੇ ਵਿੱਚ ਸਕੈਨਰ ਜਿਹੜਾ ਹੈ ਕਿਸੇ ਡਾਕੂਮੈਂਟ ਨੂੰ ਜਦੋਂ ਸਕੈਨ ਕਰਦਾ ਹੈ, ਠੀਕ ਹੈ, ਇਹ ਦੇਖੋ ਵਰਟੀਕਲੀ ਸਕੈਨ ਕਰਦਾ ਹੈ ਤੇ ਹੋਰੀਜੈਂਟਲੀ ਸਕੈਨ ਕਰਦਾ ਹੈ। ਦੋ ਡਾਇਰੈਕਸ਼ਨ ਦੇ ਵਿੱਚ ਸਕੈਨਿੰਗ ਹੁੰਦੀ ਹੈ। ਇੱਕ ਰੈੱਡ ਲਾਈਨ ਜਿਹੜੀ ਹੈ, ਠੀਕ ਹੈ, ਇਹ ਕਰਦੀ ਪਈ ਹੈ ਤੁਹਾਡੀ ਵਰਟੀਕਲ ਸਕੈਨ, ਔਰ ਜਿਹੜੀ ਗ੍ਰੀਨ ਕਲਰ ਦੀ ਡਾਇਰੈਕਸ਼ਨ ਹੈ ਉਹ ਤੁਹਾਡੀ ਕਰ ਰਹੀ ਹੈ ਹੋਰੀਜੈਂਟਲ ਸਕੈਨ। ਠੀਕ ਹੈ, ਸੋ ਦੋ ਤਰ੍ਹਾਂ ਦੇ ਨਾਲ ਸਕੈਨਿੰਗ ਹੁੰਦੀ ਹੈ, ਇੱਕ ਤੇ ਲੈਫਟ ਟੂ ਰਾਈਟ। ਠੀਕ ਹੈ, ਲੈਫਟ ਟੂ ਰਾਈਟ ਜਿਹੜੀ ਹੋਣੀ ਹੈ ਉਹ ਹੋਰੀਜੈਂਟਲੀ ਸਕੈਨ ਹੋ ਰਹੀ ਹੈ ਗ੍ਰੀਨ ਲਾਈਨ ਤੇ, ਔਰ ਟੌਪ ਟੂ ਬੋਟਮ ਜਿਹੜੀ ਸਕੈਨਿੰਗ ਹੋ ਰਹੀ ਹੈ ਉਹ ਹੋ ਰਹੀ ਹੈ ਤੁਹਾਡੀ ਰੈੱਡ ਲਾਈਨ ਦੇ ਵਿੱਚ। ਠੀਕ ਹੈ, ਵਰਟੀਕਲੀ ਸਕੈਨ। ਠੀਕ ਹੈ, ਕੋਈ ਵੀ ਪੇਜ ਜਦੋਂ ਤੁਸੀਂ ਰੱਖਦੇ ਹੋ ਮਸ਼ੀਨ ਦੇ ਵਿੱਚ ਉਹ ਪੇਜ ਲਾਈਨ ਬਾਈ ਲਾਈਨ ਸਕੈਨ ਕਰਦਾ। ਕਿਉਂ? ਕਿਉਂਕਿ ਕੋਈ ਵੀ ਲਾਈਨ ਛੁੱਟਣੀ ਨਹੀਂ ਚਾਹੀਦੀ। ਜੇ ਕੋਈ ਲਾਈਨ ਵਿੱਚੋਂ ਛੁੱਟ ਜਾਂਦੀ ਆ ਤਾਂ ਫਿਰ ਕੀ ਹੋਏਗਾ ਕਿ ਉਹ ਲਾਈਨ ਵਿੱਚੋਂ ਸਕਿਪ ਹੋ ਜਾਏਗੀ। ਇਹਦਾ ਮਤਲਬ ਤੁਹਾਡਾ ਜਿਹੜਾ ਸਕੈਨਰ ਹੈ ਉਹ ਠੀਕ ਨਹੀਂ ਹੈ, ਪ੍ਰੋਪਰ ਨਹੀਂ ਹੈ। ਠੀਕ ਹੈ, ਠੀਕ ਤਾਂ ਹੀ ਹੋਏਗਾ ਜੇਕਰ ਉਹ ਹੋਰੀਜੈਂਟਲੀ ਤੇ ਵਰਟੀਕਲੀ ਦੋਨੋਂ ਡਾਇਰੈਕਸ਼ਨ ਦੇ ਵਿੱਚ ਪ੍ਰੋਪਰ ਸਕੈਨਿੰਗ ਕਰ ਰਿਹਾ। ਠੀਕ ਹੈ, ਸੋ ਦੇਖੋ ਇਹਦੇ ਸਟਰਕਚਰ ਦੇ ਵਿੱਚ ਇੱਕ ਤੇ ਸਕੈਨਿੰਗ ਦਾ ਆਪਰੇਸ਼ਨ, ਦੂਸਰਾ ਦੇਖੋ ਲਾਈਟ ਸੋਰਸ। ਸਭ ਤੋਂ ਪਹਿਲੇ ਜਿਹੜਾ ਲਾਈਟ ਸੋਰਸ ਹੈ ਉਹ ਤੁਹਾਡੇ ਪੇਜ ਦੇ ਉੱਤੇ ਜੋ ਫੋਟੋ ਰੱਖੀ ਹੋਏਗੀ ਉਹਦੇ ਤੇ ਲਾਈਟ ਪਏਗੀ। ਕੋਈ ਵੀ ਲੈਂਪ ਹੋ ਸਕਦਾ, ਜਿਹੜੇ ਪਹਿਲੇ ਸਕੈਨਰ ਹੁੰਦੇ ਸੀਗੇ, ਠੀਕ ਹੈ, ਫੋਟੋ ਕਾਪੀਅਰ, ਉਹਦੇ ਵਿੱਚ ਲੈਂਪ, ਫਲੋਰੋਸੈਂਟ ਲੈਂਪ ਯੂਜ਼ ਹੁੰਦਾ ਸੀ, ਉਹ ਬੜਾ ਹੀਟ ਅਪ ਹੁੰਦਾ ਸੀ। ਠੀਕ ਹੈ, ਸੋ ਮਸ਼ੀਨ ਜਲਦੀ ਗਰਮ ਹੋ ਜਾਂਦੀ ਸੀ। ਅੱਜ ਕੱਲ ਜਿਹੜਾ ਹੈ ਉਹ ਫਲੋਰੋਸੈਂਟ ਲੈਂਪ ਯੂਜ਼ ਹੁੰਦਾ, ਲੇਕਿਨ ਕੋਲਡ ਕੈਥੋਡ ਫਲੋਰੋਸੈਂਟ ਲੈਂਪ ਯੂਜ਼ ਹੁੰਦਾ। ਯਾਦ ਰੱਖਿਓ, ਕੋਲਡ ਕੈਥੋਡ ਫਲੋਰੋਸੈਂਟ ਲੈਂਪ ਅੱਜ ਕੱਲ ਯੂਜ਼ ਹੁੰਦਾ। ਠੀਕ ਹੈ, ਉਹ ਜਿਹੜਾ ਠੰਡਾ ਲੈਂਪ ਹੁੰਦਾ ਉਹਦੀ ਜਿਹੜੀ ਲਾਈਟ ਹੈ ਉਹ ਵੀ ਦੇਖੋ ਤੁਸੀਂ ਵਾਈਟ ਤਰ੍ਹਾਂ ਦੀ ਲਾਈਟ ਹੁੰਦੀ ਹੈ, ਯੈਲੋ ਟਾਈਪ ਦੀ ਨਹੀਂ ਹੁੰਦੀ। ਠੀਕ ਹੈ, ਸੋ ਉਹਦੇ ਬਾਅਦ ਦੇਖੋ ਮਿਰਰ। ਠੀਕ ਹੈ, ਲਾਈਟ ਨੇ ਕੀ ਕੀਤਾ, ਜਿਹੜੀ ਸਾਡੀ ਫੋਟੋ ਸੀਗੀ ਜਿਹੜੀ ਸਕੈਨਰ ਤੇ ਰੱਖੀ ਸੀ ਉਹ ਫੋਟੋ ਤੇ ਲਾਈਟ ਪਾਈ ਉਹਨੇ। ਦੂਸਰਾ ਮਿਰਰ ਨੇ ਕੀ ਕੀਤਾ, ਰਿਫਲੈਕਸ਼ਨ ਦਿੱਤੀ। ਜੋ ਫੋਟੋ ਸਾਡੀ ਐਕਚੁਅਲ ਚ ਸੀਗੀ ਉਹ ਮਿਰਰ ਦੇ ਵਿੱਚ ਉਹਦੀ ਕਾਪੀ ਆ ਗਈ। ਠੀਕ ਹੈ, ਰਿਫਲੈਕਸ਼ਨ ਹੋ ਗਈ। ਇਹਦੇ ਵਿੱਚ ਦੇਖੋ ਮਿਰਰ 1 ਹੋ ਸਕਦਾ, 2 ਹੋ ਸਕਦਾ, 3 ਹੋ ਸਕਦਾ। ਜਿੰਨਾ ਵਧੀਆ ਸਕੈਨਰ ਹੋਏਗਾ ਉਨਾ ਜ਼ਿਆਦਾ ਮਿਰਰ ਹੋ ਸਕਦੇ ਆ। ਠੀਕ ਹੈ, ਫਿਰ ਉਹ ਵਾਲਾ ਜਿਹੜਾ ਕਾਪੀ ਬਣ ਗਈ ਹੈ ਮਿਰਰ ਦੇ ਉੱਤੇ, ਉਹ ਕਾਪੀ ਹੁਣ ਦੇਖੋ ਸਕੈਨਰ ਲੈਂਸ ਦੇ ਕੋਲ ਗਈ ਹੈ। ਲੈਂਸ ਉਹਨੂੰ ਕੀ ਕਰੇਗਾ, ਉਸ ਕਾਪੀ ਨੂੰ ਬਿਲਕੁਲ ਫੋਕਸ ਕਰੇਗਾ, ਫੋਕਸ ਕਰਕੇ ਜੋ ਉਹਦਾ ਐਕਚੁਅਲ ਸਾਈਜ਼ ਹੈ, ਠੀਕ ਹੈ, ਉਸ ਸਾਈਜ਼ ਦੇ ਵਿੱਚੋਂ ਆਪਣੇ ਕੋਲ ਉਹਦੀ ਇਮੇਜ ਨੂੰ ਸੇਵ ਕਰ ਲੇਗਾ। ਠੀਕ ਹੈ, ਸਕੈਨਰ ਲੈਂਸ ਦਾ ਇਹ ਕੰਮ ਹੈ। ਔਰ ਦੂਸਰਾ ਕੰਮ ਉਹਦਾ ਇਹ ਹੈ, ਉਹਨੇ ਇਹ ਵੀ ਆਇਡੈਂਟੀਫਾਈ ਕਰਨਾ ਕਿ ਉਹਦਾ ਕਲਰ ਕੀ ਹੈਗਾ। ਠੀਕ ਹੈ, ਸੋ ਸਕੈਨਰ ਨੇ RGB, ਠੀਕ ਹੈ, ਰੈਡ, ਗ੍ਰੀਨ, ਬਲੂ, ਇਹ ਤਿੰਨੇ ਕਲਰ ਫਾਈਂਡ ਆਊਟ ਕਰਨੇ ਆ। ਔਰ ਤਿੰਨਾਂ ਦੇ ਮਿਕਸਚਰ ਜੋ ਵੀ ਜਿੱਥੇ ਜਿੱਦਾਂ ਦਾ ਕਲਰ ਹੈਗਾ ਉਸ ਕਲਰ ਨੂੰ ਉਹ ਫਾਈਂਡ ਆਊਟ ਕਰਕੇ ਅੱਗੇ CCD ਸੈਂਸਰ ਨੂੰ ਦੇਗਾ। ਲਾਸਟ ਫੰਕਸ਼ਨ ਹੁੰਦਾ CCD ਸੈਂਸਰ ਦਾ। ਠੀਕ ਹੈ, ਇਹ CCD ਸੈਂਸਰ ਯਾਦ ਰੱਖਿਓ ਕੈਮਰਾ ਦੇ ਵਿੱਚ ਵੀ ਪਾਇਆ ਜਾਂਦਾ। ਕੈਮਰਾ ਸੇਮ ਸਕੈਨਰ ਦੀ ਤਰ੍ਹਾਂ ਕੰਮ ਕਰਦਾ। ਠੀਕ ਹੈ, ਜੋ ਸਾਡਾ ਡਿਜੀਟਲ ਕੈਮਰਾ ਹੈ ਉਹ ਸੇਮ, ਮੋਬਾਈਲ ਦਾ ਜਿਹੜਾ ਕੈਮਰਾ ਹੈ ਸੇਮ
ਸਕੈਨਰ ਦੀ ਤਰ੍ਹਾਂ ਕੰਮ ਕਰਦਾ ਹੈ। ਉਹਦੇ ਵਿੱਚ CCD ਸੈਂਸਰਸ ਹੈ, ਉਹ ਜੋ ਫੋਟੋ ਸਕੈਨਰ ਦੇ ਉੱਤੇ ਬਣੀ ਹੈ, ਕਲਰ ਆ ਗਏ ਹੈ, ਸਭ ਕੁਝ ਆ ਗਿਆ, ਉਹਨੂੰ ਉਹਨੇ ਉਹਦੀ ਐਨਾਲੌਗ ਨੂੰ ਡਿਜੀਟਲ ਦੇ ਵਿੱਚ ਕਨਵਰਟ ਕਰਕੇ ਤੁਹਾਡੇ ਕੰਪਿਊਟਰ ਨੂੰ ਦੇ ਦੇਣਾ, ਕਿਉਂਕਿ ਤੁਹਾਡਾ ਕੰਪਿਊਟਰ ਕਿਸ ਤਰ੍ਹਾਂ ਦਾ ਡਾਟਾ ਲਵੇਗਾ, ਡਿਜੀਟਲ ਡਾਟਾ। ਠੀਕ ਹੈ, ਇਹ ਸਟਰਕਚਰ ਹੈ ਸਕੈਨਰ ਦਾ। The light from the lamp is made to fall on the document through the glass plate। ਇਹ ਜੋ ਵੀ ਮੈਂ ਤੁਹਾਨੂੰ ਦੱਸਿਆ ਉਹਨੂੰ ਐਕਸਪਲੇਨ ਕਰ ਰਹੇ ਹਾਂ। document through the glass plate, the head receives the reflected light। head ਯਾਦ ਰੱਖਿਓ, ਜਿਹੜੀ ਇਹ ਸਰਕਟਰੀ ਦੱਸੀ ਹੈ, ਲਾਈਟ ਸੋਰਸ, ਮਿਰਰ, ਸਕੈਨਰ ਲੈਂਸ ਤੇ CCD ਸੈਂਸਰ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਇਹਦਾ ਇਕੱਠਾ ਜਿਹੜਾ ਹੈ ਉਹ ਹੈਡ ਹੁੰਦਾ, ਹੈਡਰ, ਜਿਹਨੂੰ ਹੈਡਰ ਕਹਿੰਦੇ ਆ। ਉਹ ਹੈਡਰ ਦੇ ਵਿੱਚ ਹੀ ਵੀ ਯਾਦ ਦੇਖਿਓ, ਜਦੋਂ ਤੁਸੀਂ ਸਕੈਨ ਕਰਦੇ ਹੋ ਤੇ ਡਿਵਾਈਸ ਨੂੰ ਸ਼ੀਸ਼ੇ ਦੇ ਥੱਲੇ ਤੁਸੀਂ ਦੇਖਿਓ ਇੱਕ ਹੈਡਰ ਹੁੰਦਾ ਹੈ, ਠੀਕ ਹੈ, ਉਹ ਹੈਡਰ ਦੇ ਵਿੱਚ ਹੀ ਲਾਈਟ ਲੱਗੀ ਹੁੰਦੀ ਹੈ, ਠੀਕ ਹੈ। ਔਰ ਉਹ ਲਾਈਟ ਜਿਹੜੀ ਹੈ, ਮੈਂ ਤਾਂ ਜਿੱਦਾਂ ਤੁਹਾਨੂੰ ਦੱਸਿਆ ਕਿ ਸਕੈਨਿੰਗ ਹੁੰਦੀ ਹੈ ਟੌਪ ਟੂ ਬੋਟਮ ਤੇ ਲੈਫਟ ਟੂ ਰਾਈਟ, ਉਦਾਂ ਉਹ ਹੌਲੀ ਹੌਲੀ ਉਹ ਜਿਹੜਾ ਹੈਡਰ ਹੈ ਸਕੈਨ ਕਰਦਾ ਜਾਂਦਾ ਹੈ, ਲਾਈਨ ਬਾਈ ਲਾਈਨ ਸਕੈਨ ਕਰਦਾ ਜਾਂਦਾ ਹੈ, ਠੀਕ ਹੈ। ਜੋ ਉਹਨੂੰ ਆਬਜੈਕਟ ਦਿਸਦਾ ਉਹਨੂੰ ਕਾਪੀ ਕਰਦਾ ਜਾਂਦਾ ਲਾਈਨ ਬਾਈ ਲਾਈਨ ਕਰਦਾ ਜਾਂਦਾ। ਔਰ ਜਿੰਨੀਆਂ ਸਰਕਟਰੀਜ਼ ਹੈਗੀਆਂ, ਲਾਈਟ ਸੋਰਸ, ਮਿਰਰ, ਸਕੈਨਰ ਲੈਂਸ, CCD, ਇਹ ਸਾਰੀਆਂ ਹੈਡਰ ਦੇ ਉੱਤੇ ਲੱਗੀਆਂ ਹੁੰਦੀਆਂ। ਔਰ ਉਧਰ ਇੱਕ ਬੈਲਟ ਹੁੰਦੀ ਹੈ, ਜਿਹੜੀ ਬੈਲਟ ਇਹਨੂੰ ਮੂਵ ਕਰਵਾਉਂਦੀ ਹੈ ਹੈਡਰ ਨੂੰ, ਠੀਕ ਹੈ। ਤੁਸੀਂ ਦੇਖਿਓ ਸਾਰੇ ਸਕੈਨਰ ਨੂੰ, ਫਿਰ ਤੁਹਾਨੂੰ ਕਲੀਅਰ ਹੋ ਜਾਏਗਾ ਇਸ ਚੀਜ਼ ਨੂੰ। ਸੋ ਹੈਡ ਰਿਸੀਵ ਦਾ ਰਿਫਲੈਕਟਡ ਲਾਈਟ ਫਰੋਮ ਦਾ ਡਾਕੂਮੈਂਟ ਵਿਦ ਦਾ ਹੈਲਪ ਆਫ ਦਾ ਮਿਰਰ, ਠੀਕ ਹੈ। Next, the reflected light is filtered with the help of the RGB filter, ਜਿਹੜੀ ਮੈਂ ਗੱਲ ਕੀਤੀ ਸੀ ਸਕੈਨਰ ਲੈਂਸ, ਠੀਕ ਹੈ, ਇੱਕ ਫਿਲਟਰ ਦਾ ਕੰਮ ਕਰਦਾ, RGB ਫਿਲਟਰ ਦਾ ਕੰਮ ਕਰਦਾ। ਉਹਦੇ ਬਾਅਦ the filter light is made to fall on light sensor having 1024 elements using mirror and a lens। The sensor converts analog signal, ਜਿਹੜਾ ਸੈਂਸਰ ਤੁਹਾਡੇ ਨਾਲ ਮੈਂ ਗੱਲ ਕੀਤੀ, ਉਹ ਕਨਵਰਟ ਕਰਦਾ analog signal into digital signal and is given as output। The scan head is moved over the document with the help of a motor। ਤੁਹਾਡੇ ਨਾਲ ਗੱਲ ਕਰ ਲਈ ਮੈਂ ਇਸ ਚੀਜ਼ ਦੀ ਕਿ ਮੋਟਰ ਦੀ ਹੈਲਪ ਨਾਲ ਉਹ ਮੂਵ ਕਰਦਾ ਜਾਂਦਾ ਹੈ। ਫਿਰ ਇਹਨੂੰ ਫਰਦਰ ਐਕਸਪਲੇਨ ਕਰਦੇ ਹਾਂ ਵਰਕਿੰਗ ਸਕੈਨਰ ਦੀ। ਸਭ ਤੋਂ ਪਹਿਲੇ ਸਟੈਪ ਦੇ ਵਿੱਚ ਕੀ ਹੋਇਆ, ਕੋਈ ਵੀ ਡਾਕੂਮੈਂਟ ਆਪਾਂ ਪਲੇਸ ਕਰਤਾ ਸਕੈਨਰ ਦੇ ਅੰਦਰ, the document is placed on the glass plate and the cover is closed, ਠੀਕ ਹੈ। ਉਸ ਕਵਰ ਨੂੰ ਉੱਪਰੋਂ ਦੀ ਅਸੀਂ ਬੰਦ ਕਰਤਾ, ਠੀਕ ਹੈ। ਜੇ ਤੇ ਛੋਟੀ ਫੋਟੋ ਹੈ ਫਿਰ ਤੇ ਬੰਦ ਕਰਨਾ ਹੀ ਪਏਗਾ। ਜੇਕਰ A4 ਸਾਈਜ਼ ਦੀ ਮੰਨ ਲਓ ਸਕੈਨਰ ਦੇ ਸਾਈਜ਼ ਦੀ ਫੋਟੋ ਹੈ ਤੁਹਾਡੇ ਕੋਲ, ਫਿਰ ਤੁਸੀਂ ਉਸ ਕਵਰ ਨੂੰ ਨਹੀਂ ਵੀ ਕਲੋਜ਼ ਕਰੋਗੇ ਤਾਂ ਵੀ ਤੁਹਾਡੇ ਕੋਲ ਸਕੈਨਿੰਗ ਹੋ ਕੇ ਆ ਜਾਏਗੀ ਫੋਟੋ, ਠੀਕ ਹੈ। The inside of the cover is most scanner is flat white। ਯਾਦ ਰੱਖਿਓ, ਜਿਹੜੀ ਬੈਕ ਸਾਈਡ ਹੁੰਦੀ ਹੈ ਕਵਰ ਦੀ, ਉਹ ਜਾਂ ਤਾਂ ਵਾਈਟ ਹੁੰਦੀ ਹੈ ਜਾਂ ਬਲੈਕ ਹੁੰਦੀ ਹੈ, ਠੀਕ ਹੈ। ਕਿਉਂਕਿ ਵਾਈਟ ਤੇ ਬਲੈਕ ਜਿਹੜਾ ਕਲਰ ਹੈ, ਦੋ ਕਲਰ ਇਦਾਂ ਦੇ ਆ ਜਿਹਦੇ ਵਿੱਚ ਰਿਫਲੈਕਸ਼ਨ ਬਹੁਤ ਵਧੀਆ ਆਉਂਦੀ ਹੈ, ਠੀਕ ਹੈ। ਜਿੱਦਾਂ ਦੀ ਤੁਹਾਡੀ ਫੋਟੋ ਹੋਏਗੀ ਉਦਾਂ ਦੀ ਰਿਫਲੈਕਸ਼ਨ ਹੋ ਕੇ ਤੁਹਾਨੂੰ ਮਿਲ ਜੇਗੀ ਵਾਪਸ, ਠੀਕ ਹੈ। ਇਸ ਕਰਕੇ ਜਾਂ ਤਾਂ ਬੈਕਗ੍ਰਾਉਂਡ ਜਿਹੜਾ ਸਕੈਨਰ ਦਾ ਕਵਰ ਹੁੰਦਾ ਹੈ ਉਹ ਵਾਈਟ ਹੋਏਗਾ ਜਾਂ ਬਲੈਕ ਹੋਏਗਾ, ਸਭ ਤੋਂ ਵਧੀਆ ਵਾਈਟ ਹੈ, ਠੀਕ ਹੈ। ਜ਼ਿਆਦਾਤਰ ਤੁਸੀਂ ਦੇਖਿਓ ਸਕੈਨਰ ਦਾ ਜਿਹੜਾ ਕਵਰ ਹੋਏਗਾ ਉਹ ਵਾਈਟ ਹੋਏਗਾ। ਸੋ the cover provides a uniform background that the scanner software can use a reference point of determining the size of the document being scanned, ਠੀਕ ਹੈ। ਜੋ ਵੀ ਤੁਸੀਂ ਫੋਟੋ ਰੱਖੀ ਉਹਦੇ ਤੇ ਕਵਰ ਤੇ ਮਿਰਰ ਤੇ, ਠੀਕ ਹੈ, ਉਹਨੂੰ ਸਕੈਨ ਕਰਨਾ ਸ਼ੁਰੂ ਕਰਤਾ। ਪਰ ਕਿੱਦਾਂ ਕੀਤਾ, ਸੌਫਟਵੇਅਰ ਦੇ ਥਰੂ। ਹੁਣ ਸੌਫਟਵੇਅਰ ਕਿਹੜਾ ਸੀਗਾ, ਜਿਹਨੂੰ ਅਸੀਂ ਟਵੈਨ ਕਹਿੰਦੇ ਹਾਂ, ਠੀਕ ਹੈ। ਉਸ ਟਵੈਨ ਦੇ ਥਰੂ ਰਾਈਟ ਕਲਿੱਕ ਕਰਕੇ ਤੁਸੀਂ ਸਕੈਨਿੰਗ ਕਰਨੀ ਸ਼ੁਰੂ ਕਰਤੀ। ਮੋਸਟ ਫਲੈਟਬੈਡ ਸਕੈਨਰ ਅਲਾਉ ਦਾ ਕਵਰ ਟੂ ਬੀ ਰਿਮੂਵਡ ਫॉर ਸਕੈਨਿੰਗ ਏ ਬਲਕੀ ਆਬਜੈਕਟ ਸੱਚ ਐਸ ਪੇਜ ਇਨ ਦਾ ਥਿਕ ਬੁੱਕ। ਅਗਰ ਬੁੱਕਸ ਵਗੈਰਾ ਤੁਸੀਂ ਸਕੈਨ ਕਰਦੇ ਹੋ ਫਿਰ ਕਹਿੰਦਾ ਕਿ ਅਸੀਂ ਕਵਰ ਜਿਹੜਾ ਉੱਤੇ ਨਹੀਂ ਰੱਖਦੇ, ਠੀਕ ਹੈ, ਫਿਰ ਬੁੱਕ ਨੂੰ ਫੜ ਕੇ ਰੱਖਦੇ ਹਾਂ। ਨੈਕਸਟ ਸਟੈਪ ਦੇ ਵਿੱਚ ਦੇਖੋ ਕੀ ਹੋਇਆ, ਹੁਣ ਆਪਾਂ ਪੇਜ ਪਾਤਾ, ਠੀਕ ਹੈ। ਇਹ ਲੈਂਪ ਇਜ਼ ਯੂਜ਼ਡ ਟੂ ਇਲੂਮੀਨੇਟ ਦਾ ਡਾਕੂਮੈਂਟ। ਲੈਂਪ ਜਿਹੜਾ ਸੀਗਾ ਉਹਨੇ ਕੀ ਕੀਤਾ, ਰੋਸ਼ਨੀ ਪਾਈ ਪੇਜ ਦੇ ਉੱਪਰ, ਠੀਕ ਹੈ, ਇਲੂਮੀਨੇਟ ਕੀਤਾ ਡਾਕੂਮੈਂਟ ਨੂੰ, ਠੀਕ ਹੈ। ਕਿਉਂ ਕੀਤਾ, ਕਿਉਂਕਿ ਉਹ ਇੱਕ ਇੱਕ ਚੀਜ਼ ਜਿਹੜੀ ਹੈਗੀ ਆ ਉਹ ਕਲੀਅਰ ਹੋ ਜਾਏਗੀ, ਉਹ ਫੋਟੋ ਜਿਹੜੀ ਹੈ ਸਾਫ਼ ਤਰ੍ਹਾਂ ਦੇ ਨਾਲ ਤੁਹਾਡੇ ਕੋਲ ਸਕੈਨ ਹੋ ਕੇ ਆਏਗੀ। The lamp in newer scanner is either a cold cathode fluorescent lamp, ਠੀਕ ਹੈ। ਜਿੰਨੇ ਹੁਣ ਨਵੇਂ ਸਕੈਨਰ ਆ ਰਹੇ ਹੈ ਉਹਨਾਂ ਦੇ ਵਿੱਚ ਕੋਲਡ ਕੈਥੋਡ ਫਲੋਰੋਸੈਂਟ ਲੈਂਪ ਲੱਗ ਰਿਹਾ, CCFL, ਜਾਂ ਉਹਨੂੰ ਅਸੀਂ ਕਹਿੰਦੇ ਆ ਜ਼ੀਨੋਨ, ਠੀਕ ਹੈ, ਯਾਦ ਰੱਖਿਓ। ਜਿਹੜੇ ਪਹਿਲਾਂ ਵਾਲੇ ਜਿਹੜੇ 올ਡਰ ਸਕੈਨਰ ਸੀਗੇ ਉਹਦੇ ਵਿੱਚ ਹੁੰਦਾ ਸੀ ਫਲੋਰੋਸੈਂਟ ਲੈਂਪ, ਜਿਹੜਾ ਕਿ ਬਹੁਤ ਗਰਮ ਹੁੰਦਾ ਸੀ, ਠੀਕ ਹੈ, ਜਿਹਦੇ ਨਾਲ ਹੀਟ ਅਪ ਜ਼ਿਆਦਾ ਹੁੰਦਾ ਸੀ, ਮਸ਼ੀਨ ਜਲਦੀ ਖਰਾਬ ਹੋ ਜਾਂਦੀ ਸੀ
और वार्म अप हो जाती सी मशीन। ओके, नैक्सट द इंटायर मैकेनिज्म अगे बाकी जो काम है मिरर का, लेंस का, फिल्टर का ते सीसीडी एरे का, जो पहले भी मैं तुहानू दसता, वो सारा काम हुण अगले प्रोसैस च हो जाना। मेकअप द स्कैन हैड, ये सारे काम जिहड़े स्कैन हैड दे है, हैडर दे विच सारियां चीज़ां हुंदियां। स्कैन हैड इज मूव्ड स्लोली अक्रॉस द डॉक्यूमेंट, ठीक है, हौली हौली मूव करेगा, स्कैनिंग करेगा लैफ्ट टू राइट, टॉप टू बॉटम बाय द बेल्ट, बेल्ट दे नाल, बेल्ट जिहड़ी है उहनू चलाएगी, that is attached to the stepper motor. The scan head is attached to a stabilizer bar to ensure that there is no wobble or deviation in the path। ठीक है, याद रखियो कि जो स्कैन होना, जो हेड ने स्कैन करना है, ठीक है, और इस तरह नाल अटैच हुंदा स्टेबलाइजर दे नाल कि कोई भी लाइन ਉਹਦੇ ਤੋਂ ਬਚ ਨਹੀਂ ਸਕਦੀ, ਕੋਈ ਵੀ ਆਬਜੈਕਟ ਉਹਦੇ ਤੋਂ ਬਚ ਨਹੀਂ ਸਕਦਾ। ਜੇਕਰ ਬਚ ਗਿਆ ਤੇ ਦਾ ਮਤਲਬ ਸਕੈਨਰ ਤੁਹਾਡਾ ਸਹੀ ਅਸੈਂਬਲ ਨਹੀਂ ਹੋਇਆ। ਠੀਕ ਹੈ, ਸੋ ਉਸ ਪਾਸ ਦੇ ਵਿੱਚ, ਉਸ ਸਕੈਨਿੰਗ ਦੇ ਵਿੱਚ ਕੁਝ ਵੀ ਆਬਜੈਕਟ ਬਚ ਨਹੀਂ ਸਕਦਾ। ਪਾਸ ਮੀਨਸ that the scan head has completed a single complete scan of the document। ਠੀਕ ਹੈ, ਪੂਰੇ ਡਾਕੂਮੈਂਟ ਨੂੰ ਸਕੈਨ ਕਰ ਲਿਆ ਉਹਨੇ। the image of the document is reflected by an angled mirror। ਠੀਕ ਹੈ, ਹੁਣ ਜਿਹੜੀ ਇਮੇਜ ਹੋਏਗੀ ਜੋ ਤੁਸੀਂ ਸਕੈਨਰ ਦੇ ਉੱਤੇ ਡਾਕੂਮੈਂਟ ਰੱਖਿਆ ਹੈ, ਉਹ ਰਿਫਲੈਕਟ ਹੋਏਗਾ। ਠੀਕ ਹੈ, ਬਾਈ ਐਨ ਐਂਗਲਡ ਮਿਰਰ ਟੂ ਅਨਦਰ ਮਿਰਰ। ਇੱਕ ਮਿਰਰ ਕਾਪੀ ਕਰੇਗਾ ਉਸ ਰਿਫਲੈਕਸ਼ਨ ਨੂੰ, ਫਿਰ ਉਹ ਦੂਸਰੇ ਮਿਰਰ ਨੂੰ ਭੇਜੇਗਾ। ਠੀਕ ਹੈ, ਸੋ ਇਨ ਸਮ ਸਕੈਨਰ there are only 2 mirrors while other use a 3 mirror approach। ठीक है, कुछ ਦੇ ਵਿੱਚ 2 ਹੋ ਸਕਦੇ ਆ, ਕੁਝ ਦੇ ਵਿੱਚ 3 ਵੀ ਹੋ ਸਕਦੇ ਆ। so each mirror is slightly curved to focus the image। हर मिरर ਜਿਹੜਾ ਥੋੜਾ curved ਹੋਏਗਾ, ਮਤਲਬ ਇਮੇਜ ਨੂੰ ਕਾਪੀ ਕਰੇਗਾ ਤੇ ਦੂਸਰੇ ਮਿਰਰ ਨੂੰ ਉਹ ਦਬੇਗਾ ਕਾਪੀ, ਰਿਫਲੈਕਟ onto a smaller surface। ਠੀਕ ਹੈ, the last mirror reflect the image onto a lens। ਹੁਣ ਜਿਹੜਾ ਲਾਸਟ ਮਿਰਰ ਹੋਏਗਾ, ਜਿੱਦਾਂ ਪਹਿਲੇ ਤੇ ਚੱਲ ਗਿਆ, ਪਹਿਲੇ ਨੇ ਦੂਸਰੇ ਮਿਰਰ ਨੂੰ ਦਿੱਤਾ ਡਾਟਾ, ਦੂਸਰੇ ਮਿਰਰ ਨੇ ਤੀਸਰੇ ਮਿਰਰ ਨੂੰ ਡਾਟਾ ਦਿੱਤਾ, ਹੁਣ ਤੀਸਰੇ ਨੇ ਜਿਹੜਾ ਡਾਟਾ ਕੈਪਚਰ ਕੀਤਾ ਰਿਫਲੈਕਸ਼ਨ ਦੇ ਥਰੂ, ਠੀਕ ਹੈ, ਉਹ ਰਿਫਲੈਕਟ ਇਮੇਜ ਜਿਹੜੀ ਉਹ ਲੈਂਸ ਨੂੰ ਮਿਲੇਗੀ। ਠੀਕ ਹੈ, ਉਹ ਤੁਹਾਨੂੰ ਦੱਸਦਾ ਸੀ ਮੈਂ ਲੈਂਸ ਦਾ ਕੰਮ ਕੀ ਹੁੰਦਾ। ਦਾ ਲੈਂਸ ਫੋਕਸ ਦਾ ਇਮੇਜ ਥਰੂ ਏ ਫਿਲਟਰ, ਫੋਕਸ ਕਰੇਗਾ ਇਮੇਜ ਨੂੰ ਫਿਲਟਰ ਦੇ ਨਾਲ ਔਨ ਦਾ ਸੀਸੀਡੀ ਐਰੇ। ਠੀਕ ਹੈ, ਦਾ ਫਿਲਟਰ and lens arrangement vary based on the scanner। some scanner use a 3 pass scanner method, each pass use different color filter। ਦੇਖੋ ਜਿਹੜੇ ਸਕੈਨਰ ਕਲਰਡ ਸਕੈਨਰ ਹੈ ਉਹ 3 ਪਾਸ ਦੇ ਵਿੱਚ ਕੰਮ ਕਰਦੇ ਆ, ਜਿਹੜਾ ਬਲੈਕ ਐਂਡ ਵਾਈਟ ਸਕੈਨਰ ਹੈ ਉਹ ਇੱਕੋ ਪਾਸ ਦੇ ਵਿੱਚ ਕੰਮ ਕਰਦਾ। ਕਿਉਂਕਿ ਤੁਹਾਨੂੰ ਦੱਸਦਾ ਮੈਂ ਕਿ ਜਿਹੜਾ ਕਲਰਡ ਸਕੈਨਰ ਹੈਗਾ ਉਹ 3 ਪਾਸ ਦੇ ਵਿੱਚ ਇਸ ਕਰਕੇ ਕੰਮ ਕਰਦਾ ਕਿਉਂਕਿ ਉਹਦੇ ਵਿੱਚ ਡਿਫਰੈਂਟ ਵੇਰੀਏਸ਼ਨ ਹੈ ਕਲਰ ਦੀਆਂ, ਔਰ ਪ੍ਰਾਇਮਰੀ ਕਲਰ 3 ਹੀ ਹੁੰਦੇ ਆ, ਰੈੱਡ, ਗ੍ਰੀਨ ਤੇ ਬਲੂ। ਇਹ 3 ਕਲਰ ਨੂੰ ਅਸੀਂ ਯੂਜ਼ ਕਰਕੇ ਮਲਟੀਪਲ ਕਲਰਸ फाइंड आउट कर सकते हैं, ट्रेस कर सकते हैं। सो ये ट्रेस करता कलर्स ਨੂੰ। ठीक है, इस करके पास 3 पास तक हो सकता है between the lens and CCD array। after the 3 passes are completed, the scanner software assembles the 3 filtered image। ठीक है, ਕੰਪਲੀਟ ਕਰਨ ਤੋਂ ਬਾਅਦ ਇਹ ਪਾਸ ਹੁਣ ਕੀ ਹੋਣਾ, ਫਿਲਟਰ ਕਰਕੇ ਇਮੇਜ ਜਿਹੜੀ ਸਿੰਗਲ ਫੁੱਲ ਕਲਰ ਇਮੇਜ ਜਿਹੜੀ ਹੈ CCD ਦੇ ਥਰੂ ਜਿਹੜੀ ਤੁਹਾਡੇ ਕੰਪਿਊਟਰ ਨੂੰ ਮਿਲ ਜਾਏਗੀ ਡਿਜੀਟਲ ਫਾਰਮ ਦੇ ਵਿੱਚ। ਠੀਕ ਹੈ, ਇਹ ਕੰਪਲੀਟ ਪ੍ਰੋਸੈਸ ਹੈ ਸਕੈਨਿੰਗ ਦਾ, ਇਹ ਸਾਰਾ ਵਰਕਿੰਗ ਕੰਪਲੀਟ ਹੋ ਗਈ ਇਹਦੀ। ਹੁਣ ਜਿਹੜਾ ਸਕੈਨਰ ਹੈ ਉਹਨੇ ਸਕੈਨ ਕਰਨਾ ਹੈ, ਬਟ ਜਿਹੜੀ ਇੰਟਰਫੇਸਿੰਗ ਹੈ ਉਹ 3 ਤਰ੍ਹਾਂ ਦੀ ਇੰਟਰਫੇਸਿੰਗ ਹੋ ਸਕਦੀ ਹੈ ਕਿ ਅਸੀਂ ਕਿੱਦਾਂ ਸਕੈਨਰ ਨੂੰ ਆਪਣੇ ਕੰਪਿਊਟਰ ਨਾਲ ਕਨੈਕਟ ਕਰਦੇ ਹਾਂ। ਠੀਕ ਹੈ, 3 ਤਰ੍ਹਾਂ ਦੇ ਨਾਲ ਬੇਸਿਕਲੀ ਔਰਲੀ ਆਪਾਂ USB ਦੇ ਥਰੂ ਕਿਸੇ ਪ੍ਰਿੰਟਰ ਨੂੰ, ਕਿਸੇ ਸਕੈਨਰ ਨੂੰ ਆਪਾਂ ਅਟੈਚ ਕਰਦੇ ਹਾਂ। ठीक है, so most modern scanner connect to the computer through the USB universal serial bus। याद रखियो universal serial bus ਜਿਹੜੀ ਹੈ fastest bus ਹੈ, fastest port ਹੈ, ਜਿਹਦੇ ਵਿੱਚ 117 ਟਾਈਪ ਦੀਆਂ ਡਿਵਾਈਸਿਸ ਜਿਹੜੀਆਂ ਲੱਗ ਸਕਦੀਆਂ। ਠੀਕ ਹੈ, ਚਾਹੇ ਉਹ ਕੈਮਰਾ ਹੋਵੇ, ਤੁਹਾਡਾ ਮੋਬਾਈਲ ਫੋਨ ਹੋਏ, ਤੁਹਾਡੀ ਮੈਮਰੀ ਕਾਰਡ ਰੀਡਰ ਹੋਏ, ਬੜੀਆਂ ਜਿਹੜੀਆਂ ਡਿਵਾਈਸਿਸ ਹੈ 117 ਤਰ੍ਹਾਂ ਦੀਆਂ ਡਿਵਾਈਸਿਸ ਜਿਹੜੀਆਂ ਲੱਗ ਸਕਦੀਆਂ USB ਦੇ ਨਾਲ। ਸੋ ਇਮੇਜ ਟ੍ਰਾਂਸਫਰ ਜਿਹੜੀ 3 ਤਰ੍ਹਾਂ ਦੇ ਨਾਲ ਕਨੈਕਟ ਹੁੰਦਾ। ਇੱਕ ਤੇ ਪੈਰਲਲ ਪੋਰਟ, ਇਹ ਪਹਿਲਾਂ ਯੂਜ਼ ਹੁੰਦੇ ਸੀ, ਬੜੇ ਸਲੋਐਸਟ ਪੋਰਟ ਹੁੰਦੇ ਆ ਪੈਰਲਲ ਪੋਰਟ। ਪਹਿਲੇ ਜਿਹੜੇ ਪ੍ਰਿੰਟਰਸ ਆਉਂਦੇ ਸੀ ਉਹਨਾਂ ਦੇ ਵਿੱਚ ਇਹ ਪੋਰਟ ਯੂਜ਼ ਹੁੰਦਾ ਸੀ, ਪੈਰਲਲ ਪੋਰਟ। ਕਨੈਕਟਿੰਗ ਥਰੂ ਦਾ ਪੈਰਲਲ ਪੋਰਟ ਇਜ਼ ਦਾ ਸਲੋਐਸਟ ਟ੍ਰਾਂਸਫਰ ਮੈਥਡ ਅਵੇਲੇਬਲ। ਠੀਕ ਹੈ, ਦੂਸਰਾ ਜਿਹੜਾ ਯੂਜ਼ ਹੁੰਦਾ ਹੈ ਇੰਟਰਫੇਸਿੰਗ ਮੈਥਡ ਸਮਾਲ ਕੰਪਿਊਟਰ ਸਿਸਟਮ ਇੰਟਰਫੇਸ, SCSI। ਠੀਕ ਹੈ, ਇਹ ਪ੍ਰੋਫੈਸ਼ਨਲ ਲੋਕੀ ਯੂਜ਼ ਕਰਦੇ ਸੀ।
ठीक है। ਇਹਦੇ ਵਿੱਚ PCI ਸਲੋਟ ਦੇ ਉੱਤੇ ਤੁਹਾਡਾ ਜਿਹੜਾ PCI ਸਲੋਟ ਹੁੰਦਾ ਮਦਰਬੋਰਡ ਦੇ ਉੱਤੇ, ਉਹਦੇ ਤੇ ਇਹ ਕਾਰਡ ਅਸੈਂਬਲ ਹੁੰਦਾ ਹੈ, ਠੀਕ ਹੈ, ਉਹਦੇ ਤੇ ਲਗਾਇਆ ਹੁੰਦਾ ਹੈ ਡੈਡੀਕੇਟਡ ਕਨੈਕਸ਼ਨ ਦੇ ਉੱਤੇ। ਸੋ ਫਿਰ ਇਸ ਕਾਰਡ ਦੇ ਉੱਤੇ ਜਿਹੜੀ ਕੇਬਲ ਹੈ ਸਕੈਨਰ ਦੀ ਉਹ ਅਟੈਚ ਕਰ ਦਿੱਤੀ ਜਾਂਦੀ ਹੈ। ਸੋ ਇਦਾਂ ਵੀ ਜਿਹੜੀ ਕਨੈਕਟੀਵਿਟੀ ਕਰ ਸਕਦੇ ਹਾਂ ਸਕੈਨਰ ਦੀ, ਠੀਕ ਹੈ। ਤੀਸਰਾ ਤੁਹਾਨੂੰ ਦੱਸਦਾ ਮੈਂ यूनिवर्सल सीरियल बस जी कि फास्टेस्ट पोर्ट है, गुड स्पीड है, ईजी ऑफ यूज है ते अफोर्डेबल इन द सिंगल पैकेज। ओके, अगे थोड़ा गल करते हैं असी कि जिहड़ी स्कैनिंग स्कैनर ने कीती है किसी डॉक्यूमेंट की, ਉਹਦੇ ਜਿਹੜੇ ਅਸੀਂ ਸੇਵ ਕਰਨੇ ਆ ਡਾਕੂਮੈਂਟ, ਠੀਕ ਹੈ, ਉਹ ਕਿਸ ਕਿਸ ਤਰ੍ਹਾਂ ਦੇ ਨਾਲ ਸੇਵ ਕਰ ਸਕਦੇ ਆ, ਕਿਹੜੇ ਕਿਹੜੇ ਫਾਰਮੈਟਸ ਹੈ ਜਿਹਦੇ ਥਰੂ ਆਪਾਂ ਸਕੈਨ ਸੇਵ ਕਰ ਸਕਦੇ ਹਾਂ। ਕਈ ਵਾਰ ਇਦਾਂ ਹੁੰਦਾ ਜਦੋਂ ਅਸੀਂ ਕਿਸੇ ਕੰਪਨੀ 'ਚ ਕੰਮ ਕਰਦੇ ਹਾਂ, ਮਾਰਕੀਟ 'ਚ ਕੰਮ ਕਰਦੇ ਹਾਂ, ਤੁਹਾਨੂੰ ਉਹ ਕਹਿ ਦਿੰਦੇ ਆ, ਤੁਹਾਡੇ ਬੋਸ ਕਹਿ ਦਿੰਦੇ ਆ ਕਿ ਤੁਸੀਂ ਵੀ ਮੈਨੂੰ JPG ਦੇ ਵਿੱਚ ਇਹ ਡਾਕੂਮੈਂਟ ਮੈਨੂੰ ਚਾਹੀਦਾ, ਠੀਕ ਹੈ, JPG ਫਾਰਮੈਟ ਦੇ ਵਿੱਚ ਚਾਹੀਦਾ। ਕੋਈ ਕਹਿ ਦਿੰਦਾ ਮੈਨੂੰ PDF ਫਾਰਮੈਟ ਦੇ ਵਿੱਚ ਇਹ ਡਾਕੂਮੈਂਟ ਚਾਹੀਦਾ, ਠੀਕ ਹੈ। ਸੋ ਉਹਨੂੰ ਤੁਸੀਂ ਕਿੱਦਾਂ ਕਰੋਗੇ? ਸੋ ਜਦੋਂ ਤੁਸੀਂ ਸੇਵ ਕਰਦੇ ਹੋ ਕਿਸੇ ਡਾਕੂਮੈਂਟ ਨੂੰ ਸਕੈਨਿੰਗ ਦੇ ਥਰੂ, ਸੇਵ ਕਰਨ ਤੋਂ ਬਾਅਦ ਉਹਦੇ ਵਿੱਚ ਤੁਹਾਨੂੰ ਕੰਪਿਊਟਰ 'ਚ ਆਪਸ਼ਨ ਮੰਗਿਆ ਜਾਂਦਾ ਕਿ ਤੁਹਾਡੀ ਜਿਹੜੀ ਇਮੇਜ ਹੈਗੀ ਹੈ ਉਹਨੂੰ ਤੁਸੀਂ ਕਿਵੇਂ ਸੇਵ ਕਰਨਾ ਚਾਹੁੰਦੇ ਹੋ। ਤੁਸੀਂ JPG ਦੇ ਥਰੂ ਕਰਨਾ ਚਾਹੁੰਦੇ ਹੋ, PNG, ਠੀਕ ਹੈ, GIF, ਕਈ ਤਰ੍ਹਾਂ ਦੇ ਫਾਰਮੈਟਸ ਹੈਗੇ। ਸੋ ਡਿਪੈਂਡਿੰਗ ਔਨ ਯੋਰ ਸਕੈਨਿੰਗ ਸੌਫਟਵੇਅਰ ਯੂ ਮੇ ਹੈਵ ਡਿਫਰੈਂਟ ਆਪਸ਼ਨ ਆਫ ਫਾਈਲ ਫਾਰਮੈਟ in which to save your scanned image or documents, ठीक है। So image may be saved as JPG। JP ਦਾ ਮਤਲਬ ਹੁੰਦਾ joint photographic expert, ठीक है। मोस्टली ज्यादातर JPG यूज होंदी क्योंकि अच्छी क्वालिटी है दी, ठीक है, कलर प्रॉपर आंदे है। ਉਹਦੇ ਬਾਅਦ BMP, TIF टैग्ड इमेज फाइल फॉर्मेट और PNG पोर्टेबल नेटवर्क ग्राफिक्स, ये सारे फॉर्मेट है, अलग अलग फॉर्मेट्स, ठीक है। हर एक दे कुछ फायदे है, कुछ नुकसान है। फिर ये होगी इमेज दी गल, सिंगल इमेज दी गल। हुण अगर तुसी डॉक्यूमेंट क्रिएट करना, देखो JPG दे विच तुसी मल्टीपल फोटोज नहीं पाणियां, ठीक है। मल्टीपल अगर तुसी डाटा या कोई फाइल मान लो तुसी किसी नूं सेंड कर रहे हो, ठीक है, और उन्होंने तुसी पोर्ट करना है, मेल करना मान लो डॉक्यूमेंट क्रिएट करके, ਤਾਂ ਤੁਹਾਨੂੰ PDF ਦੀ ਜ਼ਰੂਰਤ ਪਏਗੀ। PDF ਦਾ ਮਤਲਬ ਪੋਰਟੇਬਲ ਡਾਕੂਮੈਂਟ ਫਾਰਮੈਟ, ਠੀਕ ਹੈ। ਸੋ ਇਸ ਫਾਰਮੈਟ ਦੇ ਨਾਲ ਤੁਸੀਂ ਨੰਬਰ ਆਫ ਡਾਕੂਮੈਂਟਸ ਨੂੰ ਤਿਆਰ ਕਰ ਸਕਦੇ ਹੋ, ਨੰਬਰ ਆਫ ਪੇजेस ਨੂੰ ਇਕੱਠੇ ਕਰ ਸਕਦੇ ਹੋ ਤੇ ਉਹਨੂੰ ਪੋਰਟ ਕਰ ਸਕਦੇ ਹੋ, ਠੀਕ ਹੈ। .bmp ਜਿਹੜਾ BMP ਫਾਈਲ ਫਾਰਮੈਟ ਬਿਟਮੈਪ ਫਾਰਮੈਟ ਕਹਿੰਦੇ ਆ ਇਹਨੂੰ, ਠੀਕ ਹੈ। ਇਹਦੀ ਕੁਆਲਿਟੀ ਬੜੀ ਲੋ ਹੈ, ठीक है। bitmap है, bitmap is very simple bitmap format used for Microsoft. It does not support any photo specific feature। ਇਹਦੇ ਵਿੱਚ ਕੋਈ ਫੋਟੋ ਨੂੰ ਚੇਂਜ ਕਰਨ ਦੇ ਫੀਚਰ ਨਹੀਂ ਹੁੰਦੇ, ਐਡੀਟਿੰਗ ਕਰਨ ਦੇ ਫੀਚਰ ਨਹੀਂ ਹੁੰਦੇ। ਐਂਡ ਮੋਸਟ ਇੰਪੋਰਟੈਂਟਲੀ ਇਟ ਡਸ ਨਾਟ ਸਪੋਰਟ ਕਲਰ ਮੈਨੇਜਮੈਂਟ, ਔਰ ਇਹਦੇ ਵਿੱਚ ਕਲਰ ਮੈਨੇਜਮੈਂਟ ਵੀ ਨਹੀਂ ਹੁੰਦੀ, ਕਲਰ ਤੁਸੀਂ ਚੇਂਜ ਨਹੀਂ ਕਰ ਸਕਦੇ ਇਹਦੇ ਵਿੱਚ। ਸੋ ਸਭ ਤੋਂ ਸਿੰਪਲ ਜਿਹਾ BMP, ਮਤਲਬ ਇਹਦੇ ਵਿੱਚ ਸਿੰਪਲ ਪੇਂਟਿੰਗ ਟਾਈਪ ਤੇ ਇਮੇਜ ਜਿਹੜੀਆਂ ਸਕੈਨਿੰਗ ਲਈ ਯੂਜ਼ ਹੁੰਦੀਆਂ, ठीक है। अगर क्वालिटी चाहिए फिर BMP च नहीं तुसी करना, ਉਹਦੇ ਲਈ ਤੁਸੀਂ JPG ਦੇ ਵਿੱਚ ਕਰ ਸਕਦੇ ਹੋ। JPG is the most common image format used by digital camera। ਡਿਜੀਟਲ ਕੈਮਰਾ ਜਿੱਦਾਂ ਫੋਟੋ ਖਿੱਚਦੇ ਹੋ ਤੁਸੀਂ 2 MB 10 MB ਤੱਕ, ਮਤਲਬ ਫੋਟੋਜ਼ ਜਿਹੜੀਆਂ ਤੁਸੀਂ ਇਹਦੇ ਵਿੱਚ ਕੁਆਲਿਟੀ ਫੋਟੋ ਤੁਸੀਂ ਤਿਆਰ ਕਰ ਸਕਦੇ ਹੋ। and other photographic image capture devices and is the most common format for storing and transmitting photographic image on the world wide web, ਠੀਕ ਹੈ। ਸੋ ਵਰਲਡ ਵਾਈਡ ਵੈਬ ਤੇ ਵੀ ਤੁਸੀਂ ਪਾ ਸਕਦੇ ਹੋ, ਜਿੱਦਾਂ ਜਿੱਦੀਆਂ ਵੈਬਸਾਈਟਸ ਹੁੰਦੀਆਂ ਉਹ ਮੋਸਟਲੀ ਜਿਹੜੀ ਫੋਟੋਜ਼ ਪਾਉਂਦੀਆਂ ਹੈ ਉਹ JPG ਦੇ ਵਿੱਚ ਪਾਉਂਦੀਆਂ। ਪਰ JPG ਦੀ ਕੁਝ ਡਿਸਐਡਵਾਂਟੇਜ ਹੈਗੀ ਹੈ। JPG ਇਮੇਜ ਆਰ ਕੰਸੀਡਰਡ ਲੂਜ਼ੀ, ਠੀਕ ਹੈ। ਲੂਜ਼ੀ ਕਿਉਂ ਕਹਿੰਦੇ ਆ? ਜਦੋਂ ਤੁਸੀਂ JPG ਫੋਟੋ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਭੇਜਦੇ ਹੋ ਤੇ ਉਹਦਾ ਕੁਝ ਕੁਆਲਿਟੀ ਜਾਂ ਫੋਟੋ ਦੀ ਜਿਹੜੀ ਕਲਰ ਹੈ, ਠੀਕ ਹੈ, ਉਹ ਥੋੜਾ ਘਟਦਾ ਜਾਂਦਾ ਹੈ, ਉਹਦੀ ਕੁਆਲਿਟੀ ਘਟਦੀ ਜਾਂਦੀ ਹੈ, ਠੀਕ ਹੈ। ਸੋ ਮੀਨਿੰਗ ਵੈਨ ਕੰਪਰੈਸਡ, ਜਦੋਂ ਉਹਨੂੰ ਕੰਪਰੈਸ ਕਰਦੇ ਹੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਭੇਜਦੇ ਹੋ ਤੇ ਉਹਦੀ ਕੁਆਲਿਟੀ ਘਟਦੀ ਜਾਂਦੀ ਹੈ। ਜਾਂ ਤੇ ਤੁਸੀਂ ਪੈਨ ਡਰਾਈਵ ਤੇ ਭੇਜ ਦਿਓ ਜਾਂ CD ਦੇ ਵਿੱਚ ਭੇਜ ਦਿਓ, ਫਿਰ ਉਹਦੀ ਕੁਆਲਿਟੀ ਨਹੀਂ ਘਟੇਗੀ। ਸੋ ਦੇ ਲੂਜ਼ ਸਮ ਆਫ ਦਾ ਡਾਟਾ that renders the image resulting in a lower resolution image, ठीक है। next PNG, portable network graphics, PNG ਇਹ ਨੈਟਵਰਕਿੰਗ ਦੇ ਵਿੱਚ, ਇੰਟਰਨੈਟ ਦੇ ਵਿੱਚ PNG ਵੀ ਕਾਫੀ ਫੋਟੋਜ਼ ਲੋਕੀ ਪਾਉਂਦੇ ਆ ਫਾਰਮੈਟ,
डिजाइन टू रिप्लेस द GIF फॉर्मेट, GIF फॉर्मेट ਨੂੰ ਰਿਪਲੇਸ ਕਰਕੇ ਇਸ ਫਾਰਮੈਟ ਨੂੰ ਤਿਆਰ ਕੀਤਾ ਗਿਆ। GIF मतलब ਗ੍ਰਾਫਿਕ ਇੰਟਰਚੇਂਜ ਫਾਰਮੈਟ, ਠੀਕ ਹੈ। ਨੈਕਸਟ ਜਿਹੜਾ PDF ਹੈ ਸਭ ਤੋਂ ਇੰਪੋਰਟੈਂਟ ਹੈਗਾ ਡਾਕੂਮੈਂਟ ਤਿਆਰ ਕਰਨ ਦੇ ਲਈ, पोर्टेबल डॉक्यूमेंट फॉर्मेट, ठीक है। सब पता कि एडोब एक्रोबेट रीडर जिहड़ा है इस डॉक्यूमेंट ਨੂੰ रीड ਕਰਨ ਦੇ ਲਈ यूज ਹੁੰਦਾ। ਇਹਦੀ ਬੜੀ ਇੱਕ ਵਧੀਆ ਕੁਆਲਿਟੀ PDF ਦੀ ਕਿ ਇਹਨੂੰ ਅਸੀਂ ਐਡਿਟ ਨਹੀਂ ਕਰ ਸਕਦੇ ਬਿਨਾ ਪ੍ਰੋਪਰ ਪੇਡ ਸੌਫਟਵੇਅਰ ਤੇ, ਠੀਕ ਹੈ। ਸੋ ਇਹਦੀ ਐਡੀਟਿੰਗ ਕਰਨਾ ਮੁਸ਼ਕਿਲ ਹੈ, ਇਹਦੇ ਵਿੱਚ ਕੋਈ ਚੇਂਜ ਕਰਨਾ ਮੁਸ਼ਕਿਲ ਹੈ ਜਦੋਂ ਤੁਸੀਂ ਸਿਕਿਉਰ ਡਾਕੂਮੈਂਟ ਕਿਸੇ ਨੂੰ ਭੇਜਣਾ ਹੈ, ਠੀਕ ਹੈ। ਤਾਂ ਪ੍ਰੈਫਰ ਕਰਿਓ ਕਿ ਤੁਸੀਂ ਡਾਕੂਮੈਂਟ ਨੂੰ PDF ਦੇ ਵਿੱਚ ਤਿਆਰ ਕਰਕੇ ਕਿਸੇ ਨੂੰ ਸੈਂਡ ਕਰੋ, ਠੀਕ ਹੈ। ਫਿਰ ਉਹ ਉਸ ਡਾਕੂਮੈਂਟ ਨੂੰ ਐਡਿਟ ਕਰਨਾ ਉਹਦੇ ਲਈ ਮੁਸ਼ਕਿਲ ਹੋ ਜਾਏਗਾ, ਠੀਕ ਹੈ। ਸੋ ਇਸੇ ਕਰਕੇ ਐਡੋਬ ਨੇ ਜਿਹੜਾ ਇਹ 1993 ਦੇ ਵਿੱਚ PDF ਤਿਆਰ ਕੀਤਾ ਹੈ, ਡਾਕੂਮੈਂਟ ਫਾਰਮੈਟ ਤਿਆਰ ਕੀਤਾ, ਫਿਕਸਡ ਲੇਆਊਟ ਫਾਰਮੈਟ ਯੂਜ਼ ਫਾਰ ਦਾ ਰਿਪਰੈਜ਼ੈਂਟਿੰਗ 2 ਡਾਇਮੈਂਸ਼ਨਲ ਡਾਕੂਮੈਂਟ। ਔਰ ਇਹਦੇ ਵਿੱਚ 2 ਡਾਇਮੈਂਸ਼ਨਲ ਡਾਕੂਮੈਂਟ, 3 ਡਾਇਮੈਂਸ਼ਨਲ ਡਾਕੂਮੈਂਟ, ਕੋਈ ਇਮੇਜ, ਕੋਈ ਫੋਂਟ, ਟੈਕਸਟ, फोटो, हर तरह का डॉक्यूमेंट जिहड़ा सेंड किया जाता है, ठीक है। आफ्टर स्कैनिंग यू मे नीड टू मॉडिफाई योर इमेज इन ग्राफिक्स एडिटिंग प्रोग्राम, ठीक है। स्कैनिंग करन तो बाद तुसी की करदे हो, क्रॉप कर सकते हो, ब्राइटनेस कर सकते हो, कंट्रास्ट कर सकते हो, ठीक है। क्रॉप कर सकते हो, ब्राइटनेस कर सकते हो, कंट्रास्ट कर सकते हो। मतलब ਜਦੋਂ ਤੁਸੀਂ ਇਮੇਜ ਨੂੰ ਇੱਕ ਵਾਰੀ ਸਕੈਨ ਕਰ ਲਿਆ, ਉਹਦੇ ਫਾਰਮੈਟ ਤੁਸੀਂ ਬਣਾ ਲਏ, JPG ਚ ਕੀਤਾ ਜਾਂ PDF ਚ ਕੀਤਾ ਜਾਂ GIF ਚ ਕੀਤਾ, ਤੁਸੀਂ ਕਿਸੇ ਚ ਵੀ ਕੀਤਾ, ਫਿਰ ਉਹਨੂੰ ਤੁਸੀਂ ਕੀ ਕਰ ਸਕਦੇ ਹੋ, ਉਹਦੇ ਵਿੱਚ ਕੁਝ ਚੇਂਜ ਕਰਨਾ, ਐਡੀਟਿੰਗ ਕਰਨਾ ਬਹੁਤ ਇੰਪੋਰਟੈਂਟ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਸੋ ਇੱਕ ਸਭ ਤੋਂ ਪਹਿਲੇ ਕੀ ਕਰਦੇ ਹੋ, ਤੁਸੀਂ ਉਸ ਫੋਟੋ ਵਿੱਚ ਕ੍ਰੌਪ ਕਰ ਸਕਦੇ ਹੋ। ਹੁਣ ਕ੍ਰੌਪ ਕੀ ਹੁੰਦਾ ਹੈ ਕਿ ਕੋਈ ਫੋਟੋ ਹੈ, ਮੰਨ ਲਓ ਜਿਸ ਫੋਟੋ ਦੀ ਤੁਹਾਨੂੰ ਨੀਡ ਹੈ ਉਹ ਫੋਟੋ ਤੁਸੀਂ ਉਹਦੇ ਵਿੱਚੋਂ ਕੱਢ ਲੈਣੀ ਹੈ, ਔਰ ਬਾਕੀ ਜੋ ਫੋਟੋ ਤੁਹਾਨੂੰ ਨਹੀਂ ਚਾਹੀਦੀ ਉਹਨੂੰ ਤੁਸੀਂ ਕੀ ਕਰ ਦੇਣਾ, ਡਿਲੀਟ ਕਰ ਦੇਣਾ। ਸੋ ਉਸ ਮੈਥਡ ਨੂੰ ਕ੍ਰੌਪ ਕਹਿੰਦੇ ਆ। ਕ੍ਰੌਪ ਇਜ਼ ਇਮੇਜ ਮੀਨਸ ਟੂ ਕੱਟ ਅਵੇ ਔਰ ਟ੍ਰਿਮ ਦਾ ਇਮੇਜ, ਠੀਕ ਹੈ। ਸੋ ਦੇਖੋ ਬਿਫੋਰ ਕ੍ਰੌਪਿੰਗ ਐਂਡ ਆਫਟਰ ਕ੍ਰੌਪਿੰਗ, ਠੀਕ ਹੈ। ਬਿਫੋਰ ਕ੍ਰੌਪਿੰਗ ਐਂਡ ਆਫਟਰ ਕ੍ਰੌਪਿੰਗ ਸਾਡੇ ਕੋਲ ਇਮੇਜ ਜਿਹੜੀ ਹੈ ਆ ਜਾਂਦੀ ਹੈ, ਠੀਕ ਹੈ। ਉਹਦੇ ਬਾਅਦ ਬ੍ਰਾਈਟਨੈਸ, ਬ੍ਰਾਈਟਨੈਸ ਜਿਹੜੀ ਫੋਟੋ ਦੀ ओरिजिनल ਇਮੇਜ ਜੋ ਵੀ ਆਂਦੀ ਹੈ ਸਾਡੇ ਕੋਲ, ਅਸੀਂ ਉਹਦੇ ਤੋਂ ਕੋਈ ਕਲਰ ਜਾਂ ਤਾਂ ਡਾਰਕ ਕਰਨਾ ਹੈ ਜਾਂ ਅਸੀਂ ਲਾਈਟ ਕਰਨਾ ਕਲਰ, ਉਹਨੂੰ ਕਹਿੰਦੇ ਆ ਬ੍ਰਾਈਟਨੈਸ। ਰੈਫਰ ਟੂ ਦਾ ਲਾਈਟਨੈਸ ਐਂਡ ਡਾਰਕਨੈਸ ਆਫ ਦਾ ਕਲਰ, ਠੀਕ ਹੈ। ਸੋ ओरिजिनल ਇਮੇਜ ਸਾਡੇ ਕੋਲ ਹੈਗੀ ਹੈ, ਉਹਨੂੰ ਅਸੀਂ ਇਨਕਰੀਜ਼ ਕੀਤਾ, ਉਹਦਾ ਬ੍ਰਾਈਟਨੈਸ ਇਨਕਰੀਜ਼ ਕੀਤੀ, ਤਾਂ ਦੇਖੋ ਇਮੇਜ ਤੁਹਾਡੇ ਕੋਲ ਕੀ ਬਣੀ, ठीक है। सो ब्राइटनेस ਅਸੀਂ ਉਸ ਕੇਸ ਦੇ ਵਿੱਚ ਕਰਦੇ ਹਾਂ ਜਿੱਦਾਂ ਕਿ ਮੰਨ ਲਓ ਤੁਸੀਂ ਕੋਈ ਫੋਟੋ ਖਿੱਚੀ ਹੈ ਮੋਬਾਈਲ ਤੋਂ, ਠੀਕ ਹੈ। ਅਸੀਂ ਉਹ ਫੋਟੋ ਦਾ ਪ੍ਰਿੰਟ ਆਊਟ ਲੈਣਾ ਹੈ, ਪ੍ਰਿੰਟ ਆਊਟ ਲੈਣ ਦੇ ਟਾਈਮ ਉਹ ਫੋਟੋ ਬੜੀ ਡਾਰਕ ਲੱਗ ਰਹੀ ਹੈ ਸਾਨੂੰ, ਠੀਕ ਹੈ। ਸੋ ਅਸੀਂ ਕੀ ਕੀਤਾ, ਮਾਈਕਰੋਸਾਫਟ ਦੇ ਵਿੱਚ ਜਾ ਕੇ ਓਪਨ ਕੀਤਾ ਉਹਨੂੰ, ਠੀਕ ਹੈ। ਮਾਈਕਰੋਸਾਫਟ ਆਫਿਸ ਮੈਨੇਜਰ ਦੇ ਵਿੱਚ ਜਾ ਕੇ ਓਪਨ ਕਰ ਲਿਆ, ਅਸੀਂ ਉਹਦੇ ਤੇ ਜਾ ਕੇ ਆਟੋ ਬ੍ਰਾਈਟਨੈਸ ਕਰਤੀ ਉਹਦੀ, ठीक है। जे ਵਧਾਣੀ है तो ब्राइटनेस ਦੇ ਵਿੱਚ ਅਸੀਂ ब्राइटनेस ਉਹਦੀ ਵਧਾ ਦਿੱਤੀ ਤੇ ਸਾਡੀ ਫੋਟੋ ਜਿਹੜੀ ਹੈ ਲਾਈਟ ਹੋ ਜਾਏਗੀ, ਇਹ ਘਟਾ ਦਾਂਗੇ ਤੇ ਡਾਰਕ ਹੋ ਜਾਏਗੀ, ਠੀਕ ਹੈ। ਅਗਲਾ ਇੱਕ ਤਰੀਕਾ ਹੁੰਦਾ ਕੰਟਰਾਸਟ। ਕੰਟਰਾਸਟ ਦੇ ਵਿੱਚ ਜਿਹੜਾ ਆਬਜੈਕਟ ਹੁੰਦਾ ਹੈ, ਠੀਕ ਹੈ, ਉਹ ਆਬਜੈਕਟ ਜਿਹੜਾ ਉਹਦੀ ਕੰਟਰਾਸਟ ਘਟਦੀ ਹੈ ਜਾਂ ਵੱਧਦੀ ਹੈ, ठीक है। So contrast is the difference in visual property that makes an object or its representation in an image, ठीक है। So original image ਸਾਡੇ ਕੋਲ ਇਹ ਸੀਗੀ, after contrast ਜਦੋਂ ਚੇਂਜ ਕੀਤਾ ਤੇ ਤੁਹਾਡੇ ਕੋਲ ਇਮੇਜ ਜਿਹੜੀ ਹੈ ਇਹ ਆ ਜਾਏਗੀ। ਇਹਦੇ ਵਿੱਚ ਇਮੇਜ ਦੀ ਕੁਆਲਿਟੀ ਚੇਂਜ ਹੁੰਦੀ ਹੈ, ਠੀਕ ਹੈ। ਉਹਦੇ ਬਾਅਦ ਸਕੈਨ ਰਿਜ਼ੋਲੂਸ਼ਨ, ਠੀਕ ਹੈ। ਸਕੈਨ ਰਿਜ਼ੋਲੂਸ਼ਨ ਦੇ ਵਿੱਚ ਜਿਹੜੀ ਇਮੇਜ ਹੈ, ठीक है, जिन्ना ज्यादा वधिया रिजोल्यूशन होएगा उन्नी साडी जिहड़ी फोटो दी क्वालिटी वधिया होएगी, ठीक है। सो द नंबर ऑफ डॉट्स और पिक्सल्स पर इंच इन ए स्कैनर कैन रिजोल्व फॉर ए डॉक्यूमेंट, ठीक है। इन अदर वर्ड रिजोल्यूशन रिलेट्स टू द फाइननेस और क्लैरिटी ऑफ द इमेज स्कैन्ड बाय द स्कैनर। सो जिहड़ी रिजोल्यूशन है ਇਹਦਾ ਤੁਸੀਂ बड़ा ध्यान रखना स्कैनर ਦੇ ਵਿੱਚ। याद रखियो कोई भी स्कैनर जब तुसी मार्केट ਦੇ ਵਿੱਚ ਲੈਂਦੇ ਹੋ, ਘਰ ਤੁਸੀਂ ਆਪਣੇ ਯੂਜ਼ ਕਰਦੇ ਹੋ, ਤਾਂ ਤੁਸੀਂ ਧਿਆਨ ਰੱਖਣਾ ਕਿ ਕੋਈ ਜਦੋਂ ਤੁਸੀਂ ਡਾਕੂਮੈਂਟ ਸਕੈਨ ਕਰ ਰਹੇ ਹੋ, ਠੀਕ ਹੈ,
ਸਿੰਪਲ ਕੋਈ ਮੰਨ ਲਓ ਤੁਸੀਂ ਆਪਣਾ 10th ਦਾ ਸਰਟੀਫਿਕੇਟ ਭੇਜਣਾ, ਡਿਪਲੋਮੇ ਦਾ ਸਰਟੀਫਿਕੇਟ ਭੇਜਣਾ ਕਿਸੇ ਨੂੰ, ਤਾਂ ਤੁਸੀਂ ਇਹਨੂੰ 200 DPI ਤੇ ਵੀ ਕਰ ਸਕਦੇ ਹੋ, ਠੀਕ ਹੈ, ਡਾਟ ਪਰ ਇੰਚ, ਠੀਕ ਹੈ, 400 ਤੇ ਵੀ ਕਰ ਸਕਦੇ ਹੋ। ਪਰ ਇਹਦੇ ਨਾਲ ਕੀ ਹੋਏਗਾ, ਜੇਕਰ 200 ਤੇ ਕਰੋਗੇ तो ਉਹਦਾ ਸਾਈਜ਼ ਕੁਝ ਹੋਰ ਬਣੇਗਾ, 100 kbps ਬਣੇਗਾ ਜਾਂ 200 kbps ਬਣੇਗਾ। 400 ਕਰੋਗੇ ਤੇ ਹੋ ਸਕਦਾ 600 kbps ਬਣ ਜੇ, ਠੀਕ ਹੈ, ਜਾਂ 1 MB ਦਾ ਹੋ ਜੇ, ਠੀਕ ਹੈ। ਸੋ ਜਿੱਦਾਂ ਜਿੱਦਾਂ ਤੁਸੀਂ ਡਾਟ ਪਰ ਇੰਚ ਵਧਾਈ ਜਾਓਗੇ ਤੇ ਉਹਦਾ ਸਾਈਜ਼ ਵੱਧਦਾ ਜਾਣਾ। ਸਾਈਜ਼ ਵਧਣ ਦੇ ਨਾਲ ਕੀ ਹੋਣਾ ਕਿ ਪਿਕਚਰ ਦੀ ਜਿਹੜੀ ਕੁਆਲਿਟੀ ਜਿਹੜੀ ਹੈ ਉਹ ਇੰਪਰੂਵ ਹੁੰਦੀ ਜਾਣੀ ਹੈ। ਸੋ ਕਿਸੇ ਅੱਛੀ ਜਗ੍ਹਾ ਜਿੱਧਰ ਤੁਹਾਡਾ ਡਾਕੂਮੈਂਟ ਬੜਾ ਜ਼ਰੂਰੀ ਚਾਹੀਦਾ ਉਹਨਾਂ ਨੂੰ, ਠੀਕ ਹੈ, ਉਧਰ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਉਹਦਾ DPI ਵਧਾ ਕੇ ਭੇਜਣਾ, ਠੀਕ ਹੈ। ਜਾਂ ਤੁਸੀਂ ਆਪਣੀ ਕੋਈ ਫੋਟੋ ਭੇਜ ਰਹੇ ਹੋ, ਪਾਸਪੋਰਟ ਸਾਈਜ਼ ਫੋਟੋ ਕਿਸੇ ਨੂੰ ਭੇਜ ਰਹੇ ਹੋ, ਤੇ ਉਹਦਾ DPI ਵਧਾਣਾ, ਘਟਾਣਾ ਨਹੀਂ ਹੈ, ਠੀਕ ਹੈ। ਸੋ ਉਹਦਾ DPI ਵਧਾ ਕੇ ਫਿਰ ਤੁਸੀਂ ਕਿਸੇ ਨੂੰ ਸੈਂਡ ਕਰੋ। ਉਹ ਜਿਹੜੀ ਪਿਕਚਰ ਹੈ ਉਹ ਸਕੈਨ ਹੋਣ ਦੇ ਵਿੱਚ ਟਾਈਮ ਲਏਗੀ ਥੋੜਾ, ਠੀਕ ਹੈ, ਥੋੜਾ ਟਾਈਮ ਜ਼ਿਆਦਾ ਲਏਗੀ, ਪਰ ਉਹ ਜਿਹੜੀ ਪਿਕਚਰ ਦੀ ਜਿਹੜੀ ਕੁਆਲਿਟੀ ਹੈ ਉਹ ਬਹੁਤ ਵਧੀਆ ਆਏਗੀ। ਉਹ ਜਿਹੜਾ ਬੰਦਾ ਮੇਲ ਤੇ ਦੂਸਰੀ ਸਾਈਡ ਤੇ ਉਹ ਫੋਟੋ ਨੂੰ ਕੱਢੇਗਾ ਕਿ ਉਹ ਫੋਟੋ ਬਿਲਕੁਲ ਕਲੀਅਰ ਹੋਏਗੀ, ਠੀਕ ਹੈ। The more dot per inch in scanner can resolve the more clarity the resulting image, ਠੀਕ ਹੈ। ਸੋ ਅੱਜ ਦਾ ਸਾਡਾ ਟੌਪਿਕ ਸੀ ਸਕੈਨਰ, ਠੀਕ ਹੈ। ਇਹਦੇ ਵਿੱਚ ਮੈਂ ਤੁਹਾਨੂੰ ਸਾਰਾ ਦੱਸਿਆ, ਸਕੈਨਰ, ਉਹਦੀਆਂ ਟਾਈਪਸ ਦੱਸੀਆਂ, ਵਰਕਿੰਗ ਦੱਸੀ, ਫਾਰਮੈਟਸ ਦੱਸੇ, ਠੀਕ ਹੈ, ਇੰਟਰਫੇਸਿੰਗ ਫਾਰਮੈਟ ਦੱਸੇ ਤੇ ਕਲਰ ਮੈਨੇਜਮੈਂਟ ਦੱਸਿਆ, ਠੀਕ ਹੈ, ਉਹਦੇ ਵਿੱਚ ਕਿੱਦਾਂ ਐਡੀਟਿੰਗ ਕਰਨੀ। ਉਹਦੇ ਬਾਅਦ ਟਵੈਨ ਦਾ ਦੱਸਿਆ ਤੁਹਾਨੂੰ ਮੈਂ। ਟਵੈਨ ਇੱਕ ਸੌਫਟਵੇਅਰ ਹੈ, ਟੈਕਨੋਲੋਜੀ ਹੈ ਜਿਹੜੀ ਕਿ ਸਕੈਨਿੰਗ ਕਰਨ ਦੇ ਵਿੱਚ ਮਦਦ ਕਰਦੀ ਹੈ, ਠੀਕ ਹੈ। ਸੋ ਟਵੈਨ ਇੱਕ ਨਾਮ ਹੈ, ਇੱਕ ਟੈਕਨੋਲੋਜੀ ਦਾ ਨਾਮ ਹੈ, ਬਾਕੀ ਇਹਦੇ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਬਾਕੀ ਕੋਈ ਵੀ ਕੁਐਰੀ, ਕਿਸੇ ਦੀ ਵੀ ਕੁਐਰੀ ਕੋਈ ਹੋਏਗੀ ਤੇ ਮੈਨੂੰ ਦੱਸ ਸਕਦਾ। ਹੈਲੋ, ਜੀ ਜੀ ਜੀ, ਠੀਕ ਹੈ ਸਰ, ਠੀਕ। ਹਾਂਜੀ ਪਾਰਟਿਸਪੈਂਟਸ, ਕੋਈ ਕੁਐਰੀ ਕਿਸੇ ਦੀ ਵੀ ਹੋਏਗੀ ਸਕੈਨਰ ਦੇ ਰਿਗਾਰਡਿੰਗ, ਆਊਟਪੁੱਟ ਇਨਪੁੱਟ ਡਿਵਾਈਸਿਸ ਦੇ ਰਿਗਾਰਡਿੰਗ, ਤੇ ਮੈਨੂੰ ਪੁੱਛ ਸਕਦਾ, ਕਿਸੇ ਦੀ ਕੋਈ ਕੁਐਰੀ। ਕੋਈ ਕੁਐਰੀ ਕਿਸੇ ਸਟੂਡੈਂਟਸ ਦੀ। ਸਰ ਫਲੈਟ ਬੈਡ ਸਕੈਨਰ ਇੱਕ ਵਾਰੀ ਦੁਬਾਰਾ ਰਿਪੀਟ ਕਰ ਦੇਣਾ। ਹਾਂਜੀ, ਫਲੈਟ ਬੈਡ ਸਕੈਨਰ ਜਿਹੜੀ ਮੈਂ ਦੱਸੀ ਸੀਗੀ, ਸਭ ਤੋਂ ਪਹਿਲੀ ਟਾਈਪਸ ਹੈ ਤੁਹਾਡੀ ਇਹ, ਹਾਂਜੀ ਸਰ। ਠੀਕ ਹੈ। ਹਾਂਜੀ ਸਰ। ਇਹਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਾਕੂਮੈਂਟ ਜਿਹੜਾ ਸਕੈਨ ਕਰਦੇ ਹੋ, ਫੋਟੋ ਸਕੈਨ ਕਰ ਸਕਦੇ ਹੋ, ਡਾਕੂਮੈਂਟ ਸਕੈਨ ਕਰ ਸਕਦੇ ਹੋ, ਠੀਕ ਹੈ। ਔਰ ਇਹ ਫਲੈਟ ਬੈਡ ਦਾ ਨਾਮ ਇਸ ਕਰਕੇ ਦਿੱਤਾ ਗਿਆ ਕਿ ਇਹ ਬੈਡ ਦੀ ਤਰ੍ਹਾਂ ਜਿੱਦਾਂ ਫਲੈਟ ਹੈਗਾ, ਇਹਦੇ ਵਿੱਚ ਕਿਸੇ ਵੀ ਓਰੀਐਂਟੇਸ਼ਨ ਦਾ ਡਾਕੂਮੈਂਟ ਤੁਸੀਂ ਸਕੈਨ ਕਰ ਸਕਦੇ ਹੋ, A4 ਸਾਈਜ਼, A3 ਸਾਈਜ਼, ਠੀਕ ਹੈ। ਮੈਂ ਫੋਟੋ ਤੁਹਾਨੂੰ ਦਿਖਾ ਦਿੰਦਾ ਇਹਦੀ। ਇਹ ਦੇਖੋ ਪਹਿਲਾ ਹੀ ਜਿਹੜਾ ਫਲੈਟ ਬੈਡ ਸਕੈਨਰ ਹੈ, ਠੀਕ ਹੈ। ਆਰਾਮ ਨਾਲ ਇਹਦੇ ਵਿੱਚ ਡਾਕੂਮੈਂਟ ਤੁਸੀਂ ਰੱਖ ਕੇ ਸਕੈਨਿੰਗ ਕਰ ਸਕਦੇ ਹੋ, ਕਿਸੇ ਵੀ ਓਰੀਐਂਟੇਸ਼ਨ ਦਾ ਡਾਕੂਮੈਂਟ, ਬਟ ਉਹ ਸਕੈਨਰ ਦਾ ਸਾਈਜ਼ ਉਹਦਾ ਹੋਣਾ ਚਾਹੀਦਾ ਪੇਜ ਦੇ ਬਰਾਬਰ। ਹੋਰ ਕੁਝ? थैंक यू सर। हेलो। हाँ जी, जी हेलो, जी बोलो। हाँ जी नमस्कार बोलो। सर। नमस्कार। सर मैं हरियाणा से बात कर रहा हूँ, ज्ञान सरोवर ITI भूना से। जी जी बोलिए। तो सर पहली बात तो आपका लेक्चर मुझे बहुत ही अच्छा लगा, जैसे जिस प्रकार से अपने बेसिक्स, इनपुट आउटपुट इन डिवाइसेस, स्कैनर वगैरह जी के बारे में बताया। जी जी तो सर जैसे जैसे आप बताते गए तो मन में कुछ सवाल भी उठे जो मैं आपसे कुछ पूछना चाहता था कि इसके बारे में क्लियर कर सकूं कि क्या इनमें डिफरेंस है। तो हाँ जी हाँ जी फर्स्टली तो सर जैसे आपने यूएसबी के बारे में बताया था, हाँ जी तो जैसे सर यूएसबी है और OTG हाँ होती जी। है, तो इनमें क्या डिफरेंस सेम है या इनकी कोई फंक्शनिंग अलग होती है। और दूसरा क्वेश्चन था सर